वाहिगुरू जी का खालसा वाहिगुरू जी की फतेह। ਭਾਈ ਜੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਆਮ ਤੌਰ ਤੇ ਹਰ ਸੋਮਵਾਰ ਅਸੀਂ ਵੀਰ ਹਰਜੀਤ ਸਿੰਘ ਜੀ ਪਾਸੋਂ ਗੁਰਬਾਣੀ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਲੜੀਵਾਰ ਸੁਣ ਰਹੇ ਹਾਂ। ਕਿਸੇ ਨੂੰ ਜਿਵੇਂ ਕਰਕੇ ਕੱਲ ਵੀਰ ਜੀ ਕਲਾਸ ਨਹੀਂ ਲੈ ਸਕੇ ਤਾਂ ਉਹ ਜਿਹੜਾ ਕੱਲ ਦਾ ਜੋ ਪ੍ਰੋਗਰਾਮ ਉਹਨਾਂ ਨੇ ਪੇਸ਼ ਕਰਨਾ ਸੀ ਉਹ ਲੜੀ ਅੱਜ ਆਰੰਭ ਕਰਕੇ ਉਸ ਤੋਂ ਅੱਗੇ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸੰਕੇਤਕ ਸ਼ਬਦ ਜਿਹੜੇ ਹਨ ਉਹਨਾਂ ਦੀ ਵਿਚਾਰ ਅੱਗੇ ਚਲਾਉਂਦੇ ਹਾਂ। ਪਿਛਲੇ ਹਫ਼ਤੇ ਨੰਨਾ ਅੱਖਰ ਤੋਂ ਜਿਹੜੇ ਸ਼ਬਦ ਸ਼ੁਰੂ ਹੁੰਦੇ ਹਨ ਉਹਨਾਂ ਦੀ ਵਿਚਾਰ ਅਸੀਂ ਕਰਦੇ ਆ ਰਹੇ ਹਾਂ। ਅੱਜ ਵੀ ਨੰਨੇ ਅੱਖਰ ਦੇ ਕੁਝ ਸ਼ਬਦ ਹਨ। ਪਿਛਲੇ ਹਫ਼ਤੇ ਅਸੀਂ ਨਾਮ ਤੇ ਇਸ ਤੋਂ ਪਹਿਲਾਂ ਨਾਵ ਕਵਲ ਇਹਨਾਂ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਤਾਂ ਅੱਜ ਅਸੀਂ ਨਾਰਦ ਲਫ਼ਜ਼ ਤੋਂ ਵਿਚਾਰ ਆਰੰਭ ਕਰਦੇ ਹਾਂ। ਨਾਰਦ ਇੱਕ ਪ੍ਰਸਿੱਧ ਰਿਸ਼ੀ ਮੰਨਿਆ ਜਾਂਦਾ ਹੈ, ਜਿਹਨੂੰ ਬ੍ਰਹਮਾ ਦਾ ਪੁੱਤਰ ਵੀ ਕਿਹਾ ਜਾਂਦਾ ਹੈ। ਵਿਸ਼ਨੂੰ ਪੁਰਾਣ ਦੇ ਅਨੁਸਾਰ ਇਹ ਕਸ਼ਯਪ ਦਾ ਪੁੱਤਰ ਹੈ ਤੇ ਰਿਗਵੇਦ ਦੀ ਲਿਖਤ ਇਸ ਨੂੰ ਕਰਮ ਰਿਸ਼ੀ ਦੀ ਬੰਸ ਨਾਲ ਜੋੜਦੀ ਹੈ। ਕੁਝ ਵੀ ਹੋਵੇ, ਪ੍ਰਾਤਨਕ ਜਿਹੜੀਆਂ ਪੁਰਾਣਕ ਮਨੌਤਾਂ ਹਨ, ਇਹ ਹੱਥ ਵਿੱਚ ਇੱਕ ਬੀਣਾ ਬੰਸਰੀ ਰੱਖਦਾ ਸੀ ਤੇ ਹੱਥ 'ਚ ਮਾਲਾ ਵੀ ਰੱਖਦਾ ਸੀ। ਜੋ ਮਨੌਤਾਂ ਮਿਲਦੀਆਂ ਹਨ, ਇਹ ਭਗਤੀ ਦੇ ਵਿੱਚ ਮਗਨ ਰਹਿੰਦਾ ਸੀ। ਇਹ ਵੀ ਮੰਨਿਆ ਜਾਂਦਾ ਕਿ ਧਰੂ ਨੂੰ ਭਗਤੀ ਦਾ ਉਪਦੇਸ਼ ਵੀ ਨਾਰਦ ਨੇ ਦਿੱਤਾ। ਆਮ ਕਹਾਵਤ ਮੰਨੀ ਜਾਂਦੀ ਹੈ। ਨਾਰਦ ਪੰਚਰਾਤਰ ਦੇ ਵਿੱਚ ਇੱਕ ਕਥਾ ਹੁੰਦੀ ਹੈ ਕਿ ਇਹਦੇ ਪਿਤਾ ਬ੍ਰਹਮਾ ਨੇ ਇਹਨੂੰ ਇੱਕ ਵਾਰੀ ਵਿਆਹ ਕਰਨ ਲਈ ਗੱਲ ਕੀਤੀ ਵੀ ਤੂੰ ਵਿਆਹ ਕਰਾ ਲੈ। ਇਹਨੇ ਨਾ ਕਰ ਦਿੱਤੀ ਤੇ ਪਿਤਾ ਨੇ ਗੁੱਸੇ 'ਚ ਆ ਕੇ ਕਿਹਾ ਵੀ ਜਿਸ ਚੀਜ਼ ਤੋਂ ਤੂੰ ਇਨਕਾਰ ਕਰਦਾ ਹੈ ਉਹ ਕਾਮ ਦੀ ਜਿਹੜੀ ਵਾਸ਼ਨਾ ਹੈ ਉਹਦੇ ਪਿੱਛੇ ਤੂੰ ਭਟਕਦਾ ਹੀ ਫਿਰੇਗਾ। ਨਾਰਦ ਨੂੰ ਗੁੱਸਾ ਆ ਗਿਆ ਇਹ ਗੱਲ ਸੁਣ ਕੇ। ਉਹਨੇ ਕਿਹਾ ਵੀ ਤੂੰ ਵੀ ਹਮੇਸ਼ਾ ਖੁਆਰ ਹੀ ਹੁੰਦਾ ਰਹੇਗਾ। ਆਪਣੇ ਪਿਓ ਨੂੰ ਉਹਨੇ ਵੀ ਅੱਗੋਂ ਸ਼ਰਾਪ ਦੇ ਤੇ ਬਾਅਦ ਸ਼ਰਾਪ ਦੀਆਂ ਕਹਾਣੀਆਂ ਇਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ। ਕਹਿੰਦੇ ਨੇ ਕਿ ਇਸ ਸ਼ਰਾਪ ਦੇ ਕਾਰਨ ਦੋਵੇਂ ਪੂਜਾ ਦੇ ਯੋਗ ਨਾ ਰਹੇ, ਵੀ ਦੋਨਾਂ ਨੂੰ ਇਹ ਸ਼ਰਾਪ ਮਿਲ ਗਿਆ ਤੇ ਦੋਨਾਂ ਦੇ ਪੂਜਾ ਦੇ ਯੋਗ ਜਿਹੜੇ ਹਨ ਇਹ ਨਹੀਂ ਰਹੇ। ਤਾਂ ਬਾਅਦ ਦੀਆਂ ਲਿਖਤਾਂ ਦੇ ਵਿੱਚ ਨਾਰਦ ਨੂੰ ਕਲਾ ਦਾ ਮੂਲ ਜਾਂ ਕਲੇਸ਼ ਕਰਨ ਵਾਲਾ, ਉਪਦਰਵ ਕਰਨ ਵਾਲਾ ਕਲਪਿਆ ਗਿਆ ਹੈ। ਤਾਂ ਇਹ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਜਿਹਦੇ ਲਫ਼ਜ਼ ਵਰਤੇ ਹਨ, ਉੱਥੇ 2 ਜਾਂ 3 ਜਗ੍ਹਾ ਤੇ ਇੱਕ ਨਾਮ ਉਹਦਾ ਕਾਸਾ ਰਾਗ ਵਿੱਚ ਆਉਂਦਾ ਹੈ, ਨਾਰਦ ਨਾਚੇ ਕਲ ਕਾ ਭਾਉ, ਤੇ ਇੱਕ ਆਪਣਾ ਸ਼ਬਦ ਆਮ ਅਸੀਂ ਪੜ੍ਹਦੇ ਹਾਂ ਬਿਹਾਗੜਾ ਵਾਰ ਦੇ ਵਿੱਚ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਿਹਾ ਸੇ ਪੂਜ ਕਰਾਹੀ। ਇੱਥੋਂ ਗੱਲ ਲੱਗਦਾ ਹੈ ਕਿ ਨਾਰਦ ਨੇ ਹੀ ਕੋਈ ਮੂਰਤੀ ਪੂਜਾ ਦਾ ਰਿਵਾਜ ਜਿਹੜਾ ਸੀ ਉਹ ਚਲਾਇਆ ਹੋਏਗਾ। ਮੂਰਤੀ ਪੂਜਾ ਜਿਹੜਾ
ਤਸਵੀਰ ਪੂਜਾ ਜਾਂ ਮੂਰਤੀ ਪੂਜਾ ਪੱਥਰ ਦੀ ਹੋਵੇ, ਪੇਪਰ ਦੀ ਹੋਵੇ, ਕਾਗਜ਼ ਦੀ ਹੋਵੇ, ਕਿਸੇ ਚੀਜ਼ ਦੀ ਮੂਰਤੀ ਹੋਵੇ, ਇਹ ਵਿਧਾਨ ਸਿੱਖ ਧਰਮ ਵਿੱਚ ਨਹੀਂ ਹੈ। ਸਿੱਖ ਧਰਮ ਵਿੱਚ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ, ਉਹਦੀ ਯਾਦ, ਉਹਦੀ ਆਰਾਧਨਾ ਹੈ। ਆਮ ਤੌਰ ਤੇ ਤਸਵੀਰ ਪੂਜਾ ਜਿਹੜੀ ਹੈ ਇਹ ਸਾਡੇ ਘਰਾਂ 'ਚ ਬਹੁਤ ਚੱਲ ਪਈ, ਲੇਕਿਨ ਇਹ ਮੂਰਤੀ ਪੂਜਾ ਦਾ ਜਿਹੜਾ ਵਿਧਾਨ ਹੈ ਇਹ ਸਿੱਖ ਧਰਮ ਦਾ ਸੰਕਲਪ ਨਹੀਂ ਹੈ। ਇਸੇ ਵਾਸਤੇ ਹੀ ਸਤਿਗੁਰੂ ਜੀ ਨੇ ਇਹਨਾਂ ਨੂੰ ਮੂਲੇ ਭੁੱਲੇ ਅਖੁੱਟੀ ਜਾਹੀ ਦੀ ਗੱਲ ਕੀਤੀ ਹੈ, ਮੂਲ ਤੋਂ ਭੁੱਲੇ ਹੋਏ ਗੱਲ ਕੀਤੀ ਹੈ, ਵੀ ਜਿਸ ਨੂੰ ਇਹ ਮੂਰਤੀ ਨੂੰ ਸਮਝ ਕੇ ਰੱਬ ਸਮਝੀ ਬੈਠੇ ਹਨ, ਉਸ ਮੂਰਤੀ ਵਿੱਚ ਰੱਬ ਹੈ ਨਹੀਂ ਹੈ। ਤਾਂ ਕਹਿਣ ਦਾ ਮਕਸਦ ਇਹ ਹੈ ਵੀ ਇਹ ਮੂਰਤੀ ਪੂਜਾ ਦਾ ਜੋ ਰਵਾਇਤ ਹੈ, ਜੋ ਵਿਧਾਨ ਜਿਹਾ ਚੱਲਿਆ ਆਉਂਦਾ ਹੈ, ਕਿਹਾ ਜਾਂਦਾ ਹੈ ਕਿ ਇਹ ਨਾਰਦ ਨੇ ਹੀ ਚਲਾਇਆ। ਤੋ ਨਾਰਦ ਬਾਰੇ ਹੋਰ ਜਾਣਕਾਰੀ ਬਹੁਤ ਕੋਸ਼ਾਂ 'ਚ ਨਹੀਂ ਮਿਲਦੀ, ਇੰਨੀ ਕੁ ਜਾਣਕਾਰੀ ਹੈ ਜੋ ਨਾਰਦ ਬਾਰੇ ਸਾਨੂੰ ਮਿਲਦੀ ਹੈ। ਅਸੀਂ ਭਗਤ ਨਾਮਦੇਵ ਜੀ ਦੇ ਗੱਲ ਕਰਦੇ ਹਾਂ। ਨਾਮਦੇਵ ਲਫ਼ਜ਼ ਵੀ ਕਿਉਂਕਿ ਸਾਡੇ ਨਾਲ ਸੰਬੰਧ ਰੱਖਦਾ ਹੈ। ਭਗਤ ਨਾਮ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਹਮਣੀ ਵਿੱਚ ਪਿਤਾ ਦਮਸ਼ੇਤੀ ਦੇ ਘਰ ਤੇ ਮਾਤਾ ਗੋਨਾਬਾਈ ਦੀ ਕੁੱਖ ਤੋਂ ਮੰਨਿਆ ਜਾਂਦਾ ਹੈ, ਜਿਹਦਾ ਸੰਨ 1270, ਬਹੁਤ ਇਹਦੇ ਮਤਭੇਦ ਹਨ, ਪਰ ਆਮ ਤੌਰ ਦੇ ਉੱਤੇ ਜੋ ਸੰਕੇਤ ਕੋਸ਼ ਵਿੱਚ ਲਿਖਿਆ ਗਿਆ ਉੱਥੇ 1270 ਸੰਨ ਦਿੱਤਾ ਗਿਆ। ਕਹਿੰਦੇ ਨੇ ਇਹਨਾਂ ਨੂੰ ਪ੍ਰੇਮਾ ਭਗਤੀ ਦੀ ਜਿਹੜੀ ਗੁੜਤੀ ਆਪਣੇ ਪਿਤਾ ਤੋਂ ਹੀ ਮਿਲਦੀ ਹੈ, ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਵਿਸ਼ੋਭਾ ਖੇਚਰ ਨੂੰ ਆਪਣਾ ਗੁਰੂ ਧਾਰਨ ਕੀਤਾ। ਇਸ ਸਮੇਂ ਜਿਹੜੀ ਸੰਪਰਦਾ ਉੱਥੇ ਚਲਦੀ ਸੀ, ਵਾਰਕਰੀ ਸੰਪਰਦਾ ਬੜੀ ਜ਼ੋਰਾਂ ਦੇ ਉੱਤੇ ਸੀ। ਨਾਮਦੇਵ ਜੀ ਵੀ ਇਸ ਲੋਕਾਂ ਦੇ ਨਾਲ ਇਕੱਠ ਵਿੱਚ ਰਲ ਕੇ ਉਹ ਵਿਠਲ ਦੀ ਪੂਜਾ ਜਿਹੜੀ ਹਨ ਉਹ ਕਰਨ ਲੱਗ ਪਏ, ਕਿਹਾ ਜਾਂਦਾ ਹੈ, ਜੋ ਮੰਨਿਆ ਜਾਂਦਾ ਹੈ। ਤਾਂ ਪੰਡਰਪੁਰ 'ਚ ਇਹਨਾਂ ਦੀ ਪੂਜਾ ਦੀ ਉਪਾਸਨਾ ਦਾ ਕੇਂਦਰੀ ਸਥਾਨ ਵੀ ਬਣਿਆ ਹੋਇਆ, ਤੇ ਆਪਣੇ ਆਪਣੇ ਜੀਵਨ ਦੇ ਸਾਥੀਆਂ ਨਾਲ ਸਦਾ ਇਹ ਉਹਦੀ ਯਾਤਰਾ ਜਿਹੜੀ ਸੀ ਇਹ ਹਰ ਸਾਲ ਇਹ ਕਰਦੇ ਹੁੰਦੇ ਸਨ, ਜਾਂਦੇ ਹੁੰਦੇ ਸਨ। ਜਦੋਂ ਇਹਨਾਂ ਦੇ ਅੰਦਰ ਭਗਤੀ ਦੀ ਪਰਪੱਕਤਾ ਆ ਗਈ ਤਾਂ ਉਸ ਤੋਂ ਬਾਅਦ ਇਹ ਸਰਗੁਣਵਾਦੀ ਦੀ ਥਾਂ ਤੇ ਨਿਰਗੁਣਵਾਦੀ, ਨਿਰਗੁਣ ਸਰੂਪਵਾਦੀ ਪ੍ਰਮਾਤਮਾ ਦੇ ਵਿੱਚ ਇਹਨਾਂ ਦਾ ਭਰੋਸਾ ਬਣ ਗਿਆ। ਜਦੋਂ ਸਮਝ ਆਈ, ਵਿਸ਼ਵਾਸ ਆਇਆ, ਪਤਾ ਲੱਗਾ ਕਿ ਪ੍ਰਮਾਤਮਾ ਜਨਮ ਮਰਨ ਵਿੱਚ ਨਹੀਂ ਆਉਂਦਾ, ਪ੍ਰਮਾਤਮਾ ਜਨਮ ਮਰਨ ਤੋਂ ਬਾਹਰ ਹੈ, ਉਹ ਪਰਮੇਸ਼ਰ ਸਾਰਿਆਂ ਨੂੰ ਬਣਾਉਣ ਵਾਲਾ ਹੈ, ਉਹ ਪਰਮੇਸ਼ਰ ਦੀ ਇਹ ਸਾਰੀ ਰਚੀ ਹੋਈ ਕਾਇਨਾਤ ਹੈ। ਇਹ ਗੱਲ ਇਹਨਾਂ ਨੂੰ ਜਦੋਂ ਸਮਝ ਆਈ ਤਾਂ ਫਿਰ ਇਹ ਸਰਗੁਣਵਾਦੀ ਪੂਜਾ, ਮੂਰਤੀਆਂ ਪੂਜੀਆਂ ਦਾ ਤਿਆਗ ਕੇ ਇੱਕ ਪਰਮੇਸ਼ਰ ਦੀ ਆਰਾਧਨਾ ਵਿੱਚ ਜੁੜ ਗਏ। ਕੁਝ ਸਮੇਂ ਪਿੱਛੋਂ ਇਹ ਉੱਤਰੀ ਭਾਰਤ ਦੀ ਸੈਰ ਕਰਨ ਲਈ ਪੰਜਾਬ ਦੀ ਧਰਤੀ ਤੇ ਵੀ ਆਉਂਦੇ ਨੇ, ਜਿੱਥੇ ਵੀ ਅੱਜ ਘੁਮਾਣ ਦੇ ਕੋਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਘੁਮਾਣ ਜਗ੍ਹਾ ਹੈ, ਉੱਥੇ ਇਹਨਾਂ ਦਾ ਇੱਕ ਕੇਂਦਰ ਵੀ ਬਣਿਆ ਹੋਇਆ ਹੈ। ਤੇ ਇਹ ਵੀ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਇੱਧਰ ਦੇ ਲੋਕ ਨੇ ਨਾਰਥ ਇੰਡੀਆ ਦੇ, ਉਹ ਕਹਿੰਦੇ ਨੇ ਕਿ ਇਹਨਾਂ ਦਾ ਦੇਹਾਂਤ ਜਿਹੜਾ ਹੈ ਇੱਥੇ ਹੀ, ਜਾਂ ਇਹਨਾਂ ਦਾ ਅਕਾਲ ਚਲਾਣਾ ਇੱਥੇ ਹੀ ਹੋਇਆ। ਇਹ ਮਤਭੇਦ ਹਨ, ਅਜੇ ਤੱਕ ਵੀ ਇਹਦੇ ਬਾਰੇ ਕੋਈ ਨਿਰਣਾ ਨਹੀਂ ਹੋ ਸਕਿਆ। ਸਾਡੇ ਕੋਲ ਸਾਨੂੰ ਕੋਈ ਵੀ ਨਿਰਣੇ ਦੀ ਗੱਲ ਨਹੀਂ ਮਿਲਦੀ। ਪਰ ਆਪਾਂ ਗੱਲ ਸਿਰਫ ਕਰਦੇ ਹਾਂ ਭਗਤ ਨਾਮਦੇਵ ਜੀ ਦੀ ਬਾਣੀ ਤੋਂ। ਇਹ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਭਗਤ ਨਾਮਦੇਵ ਜੀ ਨੇ ਪੰਡਤ ਜਾਂ ਪ੍ਰੋਹਿਤ ਜਮਾਤ ਦੇ ਉੱਤੇ, ਜਿਹੜੇ ਪੁਜਾਰੀ ਜਮਾਤ ਸੀ, ਪੁਰਾਣੀ ਸ਼੍ਰੇਣੀ ਸੀ, ਉਹਦੇ ਤੇ ਇਹਨਾਂ ਨੇ ਕੜੀਆਂ ਚੋਟਾਂ ਕੀਤੀਆਂ ਹਨ। ਇਹਨਾਂ ਨੇ ਇਹ ਪੁਜਾਰੀ ਜਮਾਤ ਨੂੰ ਰਾਜ ਭਗਤੀ ਦੇ ਵਿੱਚੋਂ, ਜਿਹੜੀ ਲੋਕਾਂ ਦੀ ਰਾਜ ਭਗਤੀ, ਰਾਜਿਆਂ ਦੀ, ਵੇਲੇ ਦੇ ਹਾਕਮਾਂ ਦੀ ਗੁਲਾਮੀ ਕਰਦੇ ਸਨ, ਉਹਨਾਂ ਉੱਤੇ ਵੀ ਬੜੀਆਂ ਚੋਟਾਂ ਕੀਤੀਆਂ ਹਨ। ਬ੍ਰਾਹਮਣ ਲੋਕ ਆਪ ਨੂੰ ਮੰਦਿਰ ਦੁਆਰੇ ਜਾਣ ਨਹੀਂ ਸੀ ਦੇਣਾ ਚਾਹੁੰਦੇ, ਅੱਗੇ ਹੀ ਨਹੀਂ ਸੀ ਦਿੰਦੇ ਮੰਦਿਰ 'ਚ ਦਾਖਲਾ ਕਰਨ ਦੀ, ਕਿਉਂਕਿ ਸ਼ੂਦਰ ਕਹਿੰਦੇ ਸਨ ਇਹਨਾਂ ਨੂੰ। ਨਾਮਦੇਵ ਅਖੌਤੀ ਜਾਤਾਂ ਦੇ ਵਿੱਚੋਂ ਇਹਨੂੰ ਸ਼ੂਦਰ ਜਾਤ ਕਿਹਾ ਜਾਂਦਾ ਸੀ, ਤੇ ਸ਼ੂਦਰ ਕਹਿ ਕਹਿ ਕੇ ਨਾਮਦੇਵ ਜੀ ਨੂੰ ਭੰਡਦੇ ਸਨ, ਉਹਨਾਂ ਨੂੰ ਦੁਰਕਾਰਦੇ ਸਨ। ਤੇ ਇਸੇ ਤਰ੍ਹਾਂ ਇਹ ਜਿਹੜੇ ਜਾਬਰ ਮੁਸਲਮਾਨ ਸਨ, ਉਹ ਇਹਨਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਜ਼ੋਰ ਲਾਉਂਦੇ ਰਹੇ ਸਨ, ਸਾਡੇ ਇਸਲਾਮ ਵਿੱਚ ਸ਼ਾਮਲ ਹੋ ਜਾਓ। ਦੋਨੇ ਪਾਸੇ ਤੋਂ ਹੀ ਇਹਨਾਂ ਨੂੰ ਧੱਕੇ ਪੈਂਦੇ ਜਿਹੜੇ ਨਜ਼ਰ ਆਉਂਦੇ ਨੇ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ, ਮੇਰਾ ਮਤ ਕੀਤੀ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿ ਕੇ ਭੰਡਦੇ ਸਨ, ਜਿਨ੍ਹਾਂ ਨੂੰ ਲੋਕੀ ਦੁਰਕਾਰਦੇ ਸਨ, ਜਿਨ੍ਹਾਂ ਨੂੰ ਲੋਕੀ ਤਿਰਸਕਾਰਦੇ ਸਨ,
ਉਹਨਾਂ ਦਾ ਸਤਿਕਾਰ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਸਤਿਗੁਰੂ ਨੇ ਬੀੜ ਲਿਖਾਈ, ਬਾਣੀ ਲਿਖੀ, ਤਾਂ ਇਹਨਾਂ ਪਿਆਰੇ ਭਗਤਾਂ ਦੀ ਬਾਣੀ ਜਿਹੜੀ ਗੁਰੂ ਨਾਨਕ ਕਾਲ ਤੋਂ ਹੀ ਇਕੱਠੀ ਹੋਈ, ਜਿਹੜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਪੋਥੀ ਦੇ ਰੂਪ ਵਿੱਚ ਮਿਲੀ, ਉਹ ਬਾਣੀ ਸਾਰੀ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਪਹੁੰਚਦੀ ਹੈ, ਤੇ ਉਹਨਾਂ ਨੇ ਇਹਨਾਂ ਨੂੰ ਆਪਣੇ ਗੁਰਬਾਣੀ, ਗੁਰੂਆਂ ਦੀ ਬਾਣੀ ਦੇ ਨਾਲ ਦਾ ਦਰਜਾ ਦਿੱਤਾ, ਔਰ ਸਤਿਕਾਰ ਨਾਲ ਭਗਤਾਂ ਕੀ ਬਾਣੀ, ਭਗਤ ਕਬੀਰ ਜੀ ਦੇ ਨਾਲ ਜੀ ਲਫ਼ਜ਼ ਇਸਤੇਮਾਲ ਵੀ ਕੀਤੇ। ਇਹ ਰਿਗਾਰਡ, ਇਹ ਸਤਿਕਾਰ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਮਿਲ ਸਕਦਾ ਹੈ, ਕਿਸੇ ਹੋਰ ਧਾਰਮਿਕ ਗ੍ਰੰਥ ਵਿੱਚ ਇਹ ਗੱਲ ਸਾਨੂੰ ਨਹੀਂ ਮਿਲਦੀ। ਤਾਂ ਜਦੋਂ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਭਗਤ ਕਬੀਰ ਜੀ ਨੇ ਜਿਹੜੀ ਇੱਕ ਗੱਲ ਲਿਖੀ ਬਿਲਾਵਲ ਰਾਗ ਦੇ ਵਿੱਚ, ਜੈ ਦਿਓ ਨਾਮਾ ਵਿਪ ਸੁਧਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ, ਵੀ ਇਹਨਾਂ ਉੱਤੇ ਜਦੋਂ ਕਿਰਪਾ ਹੋਈ ਇਹ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਭਗਤ ਜੈਦੇਵ ਜੀ ਸੁਦਾਮੇ ਦੀ ਗੱਲ ਕੀਤੀ, ਭਗਤ ਨਾਮਦੇਵ ਜੀ ਦੀ ਗੱਲ ਕੀਤੀ, ਭਗਤ ਕਬੀਰ ਜੀ ਨੇ ਇਹਨਾਂ ਤਿੰਨਾਂ ਦੀਆਂ ਨਾਮ ਲਿਖ ਕੇ ਨਾਮ ਲਿਖ ਕੇ ਭਗਤ ਕਬੀਰ ਜੀ ਨੇ ਗੁਰਬਾਣੀ ਨੂੰ ਉਚਾਰਨ ਕੀਤਾ ਔਰ ਦਰਜ ਕਰਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਨਾਮਦੇਵ ਜੀ ਦੀ ਬਹੁਤੀ ਰਚਨਾ ਮਰਾਠੀ, ਕਿਉਂ ਉਹਨਾਂ ਦੀ ਮੂਲ ਭਾਸ਼ਾ ਮਰਾਠੀ ਦੇ ਤੇ ਸੰਤ ਭਾਸ਼ਾ ਦੇ ਵਿੱਚ ਮਿਲਦੀ ਹੈ। ਮਰਾਠੀ ਨਾਮਦੇਵ ਗਾਥਾ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਵੀ ਮਹਾਰਾਸ਼ਟਰ ਵਿੱਚ ਇਹਨਾਂ ਦੇ ਆਮ ਲਫ਼ਜ਼ ਜਿਹੜੇ ਸ਼ਬਦ ਗਾਏ ਜਾਂਦੇ ਸਨ ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਜੀ ਦੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇਹਨਾਂ ਦੇ 61 ਸ਼ਬਦ ਦਰਜ ਹਨ। ਜੇ ਅਸੀਂ ਦੇਖਦੇ ਹਾਂ ਤੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਹਨ, ਜਿਹੜੇ ਇਹਨਾਂ ਦਾ ਜਿਹੜਾ ਵਿਸ਼ਾ ਹੈ ਉਹ ਵੀ ਕਮਾਲ ਦਾ ਹੈ। ਇਹਨਾਂ ਦੇ ਭਗਤ ਨਾਮਦੇਵ ਦੀ ਜਿਹੜੇ ਡੂੰਘੇ ਭਾਵਾਂ ਵਿੱਚੋਂ ਅਧਿਆਤਮਕ ਭਗਤੀ ਦੀਆਂ ਝਲਕਾਂ ਨਜ਼ਰ ਪੈਂਦੀਆਂ ਹਨ। ਜਿਹੜੀ ਭਗਤ ਨਾਮਦੇਵ ਜੀ ਦੀ ਬਾਣੀ ਹੈ, ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸਿਓ ਜਿਉ ਸਮਾਨਾ, ਇਹ ਬਿਲਾਵਲ ਰਾਗ ਵਿੱਚ ਵੀ ਭਗਤ ਨਾਮਦੇਵ ਜੀ ਦਾ ਆਪਣਾ ਸ਼ਬਦ ਹੈ। ਤੋ ਭਗਤ ਨਾਮਦੇਵ ਜੀ ਨੇ ਕਰਾਰੀਆਂ ਚੋਟਾਂ ਵੀ ਮਾਰੀਆਂ ਹਨ। ਜਿਹੜੇ ਸ਼ਬਦਾਂ ਨੂੰ ਅਸੀਂ ਪੜ੍ਹਦੇ ਹਾਂ, ਅਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ, ਸ਼ਬਦ ਜਦੋਂ ਉਹਨਾਂ ਨੇ ਲਿਖਿਆ ਉਹ 'ਚ ਦੱਸਿਆ ਬੀਠਲ ਕੀ ਹੁੰਦਾ ਹੈ, ਕਿਹੜੇ ਬੀਠਲ ਦੀ ਤੁਸੀਂ ਪੂਜਾ ਕਰਦੇ ਹੋ, ਨਾਮਦੇਵ ਨੇ ਕਿਹੜਾ ਬੀਠਲ ਵੇਖਿਆ, ਤੁਹਾਨੂੰ ਸਮਝ ਕਿਉਂ ਨਹੀਂ ਆਈ, ਤੁਸੀਂ ਬੀਠਲ ਕਿਉਂ ਨਹੀਂ ਦੇਖਿਆ। ਤਾਂ ਉਹਦੇ 'ਚ ਉਹਨਾਂ ਨੇ ਚੋਟ ਮਾਰ ਕੇ ਗੱਲ ਕਹਿ ਦਿੱਤੀ ਵੀ ਤੁਹਾਨੂੰ ਇਸ ਕਰਕੇ ਨਜ਼ਰ ਨਹੀਂ ਆਇਆ ਵੀ ਜਿਸ ਦੀ ਤੁਸੀਂ ਆਰਾਧਨਾ ਕਰਦੇ ਹੋ, ਜਿਸ ਇਸ਼ਟ ਨੂੰ ਤੁਸੀਂ ਪੂਜਦੇ ਹੋ, ਉਹਦੇ ਉੱਤੇ ਤੁਸੀਂ ਸ਼ੰਕਾ ਵੀ ਕਰਦੇ ਹੋ, ਉਹਦੇ ਖਿਲਾਫ ਕਈ ਕਹਾਣੀਆਂ ਵੀ ਖੜੀਆਂ ਕਰ ਲਈਆਂ, ਕਈ ਤਰ੍ਹਾਂ ਦੇ ਤੁਸੀਂ ਉਹਨਾਂ ਦੇ ਖਿਲਾਫ ਹੋਰ ਸਾਖੀਆਂ ਵੀ ਸੁਣਾਉਂਦੇ ਹੋ। ਤੇ ਜੇ ਤੁਹਾਨੂੰ ਇਸ਼ਟ ਤੇ ਪੂਰਾ ਵਿਸ਼ਵਾਸ ਨਹੀਂ ਹੈ, ਆਪਣੇ ਇਸ਼ਟ ਤੇ ਪੂਰਨ ਭਰੋਸਾ ਨਹੀਂ ਹੈ, ਉਹਦੇ ਵਿੱਚ ਤੁਸੀਂ ਕਮੀਆਂ ਦੇਖਦੇ ਹੋ, ਤਾਂ ਫਿਰ ਤੁਹਾਨੂੰ ਇਸ਼ਟ ਦੀ ਪ੍ਰਾਪਤੀ ਹੋ ਵੀ ਨਹੀਂ ਸਕਦੀ। ਤੇ ਇਸੇ ਤਰ੍ਹਾਂ ਇਹਨਾਂ ਦੀ ਇਸ ਗੱਲ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਸਾਨੂੰ ਪੂਰਨ ਵਿਸ਼ਵਾਸ ਆਪਣੇ ਇਸ਼ਟ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੋਣਾ ਚਾਹੀਦਾ ਹੈ। ਉਹਨਾਂ ਦੇ ਵਿੱਚ ਲਿਖੇ ਹੋਏ ਹਰ ਅੱਖਰ ਦੇ ਉੱਤੇ ਸਾਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਹੈ। ਅਸੀਂ ਸ਼ੰਕੇ ਵਾਦ ਵਿਵਾਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਈ ਵਾਰੀ ਕਈ ਤਰ੍ਹਾਂ ਦੇ ਸਵਾਲ ਜੇ ਖੜੇ ਕਰ ਦਿੰਦੇ ਆ, ਜਿਹੜੇ ਕਿ ਸਾਡੀ ਛੋਟੀ ਸੋਚ ਦਾ ਰਿਜ਼ਲਟ ਹੈ, ਛੋਟੀ ਸੋਚ ਦਾ ਨਤੀਜਾ ਹੈ। ਭਗਤ ਨਾਮਦੇਵ ਜੀ ਨੇ ਉਸ ਕਰਤੇ ਪੁਰਖ ਮਾਟਲ ਬਿਠਲ ਦੀ ਗੱਲ ਕੀਤੀ, ਉਸ ਰੱਬ ਨੂੰ ਮੈਂ ਦੇਖਿਆ, ਤੁਸੀਂ ਰੱਬ ਕਿਉਂ ਨਹੀਂ ਦੇਖਿਆ। ਆਓ ਤੁਹਾਨੂੰ ਦੱਸਾਂ, ਉਹਨਾਂ ਨੇ ਸਾਰੀਆਂ ਕਹਾਣੀਆਂ ਜਿਹੜੀਆਂ ਹਨ ਨਾਲ ਦੀਆਂ ਜਿਹੜੀਆਂ ਸਾਖੀਆਂ ਜੁੜੀਆਂ ਹੋਈਆਂ ਨੇ, ਉਹ ਸ਼ਬਦ ਵੀ ਸਾਰੀਆਂ ਦੱਸਦੀਆਂ। ਅਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ, ਤੇ ਉਹ ਦੇਖ ਆਪ ਜੀ ਉਸ ਸ਼ਬਦ ਨੂੰ ਪੜ੍ਹ ਸਕਦੇ ਹੋ, ਵਿਚਾਰ ਕਰ ਸਕਦੇ ਹੋ, ਤੁਹਾਨੂੰ ਸਮਝ ਆ ਜਾਏਗੀ ਕਿ ਭਗਤ ਨਾਮਦੇਵ ਜੀ ਦਾ ਬੀਠਲ ਕੌਣ ਸੀ, ਕਿਸ ਬੀਠਲ ਦੀ ਭਗਤ ਨਾਮਦੇਵ ਜੀ ਨੇ ਗੱਲ ਕੀਤੀ, ਔਰ ਕਿਸ ਬੀਠਲ ਨਾਲ ਮਿਲਣ ਦੀ ਗੱਲ ਭਗਤ ਨਾਮਦੇਵ ਜੀ ਨੇ ਕੀਤੀ ਹੈ। ਇਸ ਤੋਂ ਅੱਗੇ ਇੱਕ ਸ਼ਬਦ ਨੇਹ ਕਲੰਕ ਆਉਂਦਾ ਹੈ। ਇਹ ਬੜਾ ਪ੍ਰਚਲਿਤ ਜਿਹਾ ਇੱਕ ਸ਼ਬਦ ਹੈ। ਇਹ ਅੱਜ ਵੀ ਕਹਿੰਦਾ ਹੈ ਵੀ ਕੋਈ ਅਵਤਾਰ ਹੋਏਗਾ, ਨੇਹ ਕਲੰਕ ਅਵਤਾਰ, ਅੱਜ ਵੀ ਬੜਾ ਰੌਲਾ ਜਿਹਾ ਪਿਆ ਹੋਇਆ, ਇਹ ਪਿਆ ਹੀ ਰਹਿੰਦਾ। ਜਦੋਂ ਤਾਂ ਅਸੀਂ ਛੋਟੇ ਹੁੰਦਿਆਂ ਤੋਂ ਹੀ ਸੁਣਦੇ ਆਉਂਦੇ ਹਾਂ ਵੀ ਇਹ ਕੋਈ ਨਾ ਕੋਈ ਵਿਸ਼ਨੂੰ ਦਾ ਕੋਈ ਅਵਤਾਰ ਪੈਦਾ ਹੋਏਗਾ, ਵਿਸ਼ਨੂੰ ਦਾ, ਉਹਦਾ 24ਵਾਂ ਕਲਪਤ ਹੈ, ਮਤਲਬ ਮਨੋਕਲਪਤ ਅਜੇ ਸੋਚ ਵਿੱਚ ਹੈ, ਹੋਏਗਾ। ਉਹਨੂੰ ਨੇਹ ਕਲੰਕ ਜਦ ਕਲੰਕ ਕੇ ਨਾ, ਜਿਹਨੂੰ ਕਲੰਕ ਨਹੀਂ ਲੱਗਦਾ, ਉਹਦੇ ਨਾਂ ਨਾਲ ਉਹਨੂੰ ਪੁਕਾਰਿਆ ਜਾਏਗਾ। ਨੇਹ ਕਲੰਕ ਜਿਹਨੂੰ ਕਹਿੰਦੇ ਹਨ, ਵੀ ਨੇਹ ਕਲੰਕ ਅਵਤਾਰ ਦੇ ਨਾਲ ਪੁਕਾਰਿਆ ਜਾਏਗਾ।
ਤੋ ਇਸ ਵਾਸਤੇ ਇਹ ਵੀ ਇਹਨਾਂ ਦਾ ਵਿਸ਼ਵਾਸ ਹੈ ਸ਼ਰਧਾਲੂਆਂ ਦਾ ਵੀ ਉਹ ਨੇਕ ਕਲੰਕ ਅਵਤਾਰ ਜਿਹੜਾ ਹੈ ਉਹ ਬਹੁਤ ਮੁਸੀਬਤ ਦੇ ਸਮੇਂ ਦੇ ਵਿੱਚ ਕਲਯੁਗ ਦੇ ਅਖੀਰ ਤੇ ਜਾ ਕੇ ਭਗਤਾਂ ਦੇ ਦੁੱਖ ਨਿਵਾਰਨ ਲਈ ਪ੍ਰਗਟ ਹੋਏਗਾ। ਉਹਨਾਂ ਦਾ ਵਿਸ਼ਵਾਸ ਹੈ। ਵਿਸ਼ਨੂੰ ਪੁਰਾਣ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਇਹ ਨਗਰ ਸੰਭਲ ਜ਼ਿਲ੍ਹਾ ਮੁਰਾਦਾਬਾਦ ਵਿੱਚ ਵਿਸ਼ਨੂੰ ਯਸ਼ ਨਾਮੀ ਬ੍ਰਾਹਮਣ ਦੇ ਘਰ ਜਨਮ ਲਵੇਗਾ ਤੇ ਚਿੱਟੇ ਘੋੜੇ ਦੇ ਸਵਾਰ ਹੋ ਕੇ ਦੁਖੀਆਂ ਦਾ ਨਾਸ਼ ਤੇ ਧਰਮ ਦਾ ਪ੍ਰਕਾਸ਼ ਕਰੇਗਾ। ਇਹ ਵਿਸ਼ਨੂੰ ਪੁਰਾਣ ਦੇ ਵਿੱਚ ਵੀ ਇਹ ਕਥਾ ਲਿਖੀ ਗਈ ਹੈ। ਇਹ ਵੀ ਖਿਆਲ ਹੈ ਕਿ ਇਹ ਲక్ష్ਮੀ ਜਿਹੜੀ ਹੈ ਲక్ష్ਮੀ ਦੇਵੀ ਵੀ ਅਵਤਾਰ ਲਵੇਗੀ ਤੇ ਇਹਨਾਂ ਦਾ ਪੱਲਾ ਫੜੇਗੀ ਤੇ ਇਹ ਮਨੋਤ ਬੜੇ ਚਿਰਾਂ ਦੀ ਚੱਲੀ ਆਉਂਦੀ ਹੈ ਜੋ ਚੱਲਦੀ ਹੈ ਚਲਦੀ ਆਉਂਦੀ ਹੈ ਚਲਦੀ ਰਹੇਗੀ ਪਰ ਹੋਣਾ ਕੁਝ ਵੀ ਨਹੀਂ। ਸੱਚਾਈ ਇਹਦੇ 'ਚ ਕੁਝ ਵੀ ਨਹੀਂ ਹੈ। ਇਸ ਮਨੋਤ ਦੇ ਸਾਹਮਣੇ ਰੱਖ ਕੇ ਭੱਟਾ ਨੇ ਇਹ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਕਰਦਿਆਂ ਇਹ ਸ਼ਬਦ ਇਸਤੇਮਾਲ ਕੀਤਾ। ਤੇ ਉਹ ਸ਼ਬਦ ਵਿੱਚ ਕੀ ਕਿਹਾ ਭਗਤ ਭੱਟਾ ਨੇ ਉਹ ਸ਼ਬਦ ਕਿਉਂ ਇਸਤੇਮਾਲ ਕੀਤਾ ਉਹ ਥੋੜਾ ਜਿਹਾ ਆਪਾਂ ਉਹਦੇ ਬਾਰੇ ਵੀ ਨਾਲ ਗੱਲ ਕਰ ਲਈਏ। ਤੇ ਭੱਟ ਜੋਤ ਕਹਿੰਦੇ ਨੇ ਭੱਟ ਜੀ ਕਹਿੰਦੇ ਨੇ ਸਤਿਗੁਰੂ 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 ਗੋਬਿੰਦ ਜੀਓ ਬਲੇ ਛਲਨ ਸਬਲ ਮਲਨ ਭਗਤ ਫਲਨ ਕਾਮ ਕੋਆ ਕੁਵਰ ਨੇ ਕਲੰਕ ਬਜੀ ਡੰਕ ਚੜ ਦਲ ਰਵਿੰਦ ਜੀਓ। ਇਹ ਸੋਈਏ ਮਹੱਲੇ ਚੌਥੇ ਕੇ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1403 ਦੇ ਉੱਤੇ ਇਹ ਸੋਈਆ ਦਰਜ ਹੈ। ਤੇ ਉੱਥੇ ਭਗਤ ਜਿਹੜੇ ਭੱਟ ਜੀ ਕਹਿੰਦੇ ਨੇ ਵੀ ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆ ਲੋਕੀ ਤਾਂ ਕਹਾਣੀਆਂ ਜੋੜਦੇ ਨੇ ਇੰਨੇ ਕਲੰਕ ਅਵਤਾਰ ਦੀਆਂ ਸਾਡੇ ਲਈ ਇਹ ਅਵਤਾਰ ਤੂੰ ਹੀ ਹੈ ਸਾਡੇ ਲਈ ਹੋਰ ਕੋਈ ਸ਼ਕਤੀ ਨਹੀਂ ਹੈ। ਸਤਿਗੁਰੂ 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 ਗੋਬਿੰਦ ਜੀਓ ਹੇ ਸਤਿਗੁਰੂ ਹੇ ਸਤਿਗੁਰੂ ਹੇ ਸਤਿਗੁਰੂ ਸਤਿਗੁਰਾਂ ਦੇ ਸਤਿਗੁਰੂ ਹੇ ਮਾਲਕ ਜੀਓ ਸਾਡੇ ਲਈ ਤੁਸੀਂ ਹੋ ਬਸ ਜਿਹੜੇ ਤੁਸੀਂ ਹੀ ਇਹ ਸਾਰੀਆਂ ਤਾਕਤਾਂ ਦੇ ਮਾਲਕ ਹੋ। ਤੁਸੀਂ ਸਾਰਿਆਂ ਨੂੰ ਦਲਮਲ ਕਰਨ ਵਾਲੇ ਹੋ। ਤੁਸੀਂ ਸਾਡੇ ਲਈ ਤਾਂ ਉਹ ਕਾਂਦ ਕੁਆਰ ਸਾਡੇ ਲਈ ਸਭ ਤੁਸੀਂ ਹੋ। ਅਸੀਂ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ ਅਸੀਂ ਸਾਡੇ ਲਈ ਨੇਕ ਕਲੰਕ ਅਵਤਾਰ ਜਿਹੜਾ ਉਹ ਜਿਨ੍ਹਾਂ ਦਾ ਜ਼ਿਕਰ ਕੀਤਾ ਉਹ ਸਾਡੇ ਲਈ ਤੁਸੀਂ ਹੋ ਸਾਡੇ ਲਈ ਹੋਰ ਕੋਈ ਸ਼ਕਤੀ ਨਹੀਂ ਹੈ। ਕਮਾਲ ਦੀ ਗੱਲ ਹੈ। ਇੰਨਾ ਭਰੋਸਾ ਭੱਟ ਸਾਹਿਬਾਨ ਨੂੰ ਗੁਰੂ ਰਾਮਦਾਸ ਜੀ ਦੀ ਉਸਤਤ ਕਰਨ ਲੱਗਿਆ ਜਦੋਂ ਇਹ ਸੋਈਆਚਾਰਨ ਕੀਤਾ ਤੇ ਅਸੀਂ ਅੱਜ ਵੀ ਸਾਖੀਆਂ ਬਣਾ ਕੇ ਨੇਕ ਕਲੰਕ ਅਵਤਾਰ ਪ੍ਰਗਟ ਹੋਏਗਾ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਣਗੇ ਫਲਾਣਾ ਪ੍ਰਗਟ ਹੋਏਗਾ। ਗੁਰੂਆਂ ਨੇ ਇਸ ਤਰ੍ਹਾਂ ਪ੍ਰਗਟ ਕੋਈ ਨਹੀਂ ਹੋਣਾ। ਗੁਰੂਆਂ ਦਾ ਤਾਂ ਹਮੇਸ਼ਾ ਹੀ ਪ੍ਰਗਟ ਨੇ। ਗੁਰੂਆਂ ਦਾ ਖਾਲਸਾ ਸਰੀਰ ਰੂਪ ਵਿੱਚ ਪ੍ਰਗਟ ਹੈ ਤੇ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਪ੍ਰਗਟ ਹੈ। ਹੁਣ ਦੱਸੋ ਗੁਰੂ ਸਾਹਿਬ ਨੂੰ ਕਿੱਥੋਂ ਪ੍ਰਗਟ ਕਰਨਾ ਕਿਹੋ ਜਿਹੀਆਂ ਗੱਲਾਂ ਸੀ ਕਿਹੋ ਜਿਹੀਆਂ ਸਾਖੀਆਂ ਕਿਹੋ ਜਿਹੀਆਂ ਕਹਾਣੀਆਂ ਜਿਹੜੀਆਂ ਅਸੀਂ ਜੋੜ ਲਈਆਂ ਕਿ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋਣਗੇ ਫਲਾਣਾ ਸਵਾਰ ਬਣੇਗਾ ਫਲਾਣਾ ਹੋਏਗਾ। ਅਸੀਂ ਇਹ ਨੇਕ ਕਲੰਕ ਅਵਤਾਰ ਦੀਆਂ ਜਿਹੜੀਆਂ ਕਹਾਣੀਆਂ ਸਨ ਇਹ ਆਪਣੇ ਨਾਲ ਜੋੜ ਕੇ ਬੈਠ ਗਏ ਜਦ ਕਿ ਇਹਦਾ ਕੋਈ ਅਰਥ ਵਰਥ ਹੈ ਨਹੀਂ। ਇਹ ਐਵੇਂ ਮਨੋਕਲਪਤ ਜੀ ਇੱਕ ਸ਼ਬਦ ਹੈ ਨੇਕ ਕਲੰਕ ਤੇ ਨਾ ਇਹ ਹੋਣਾ ਨਾ ਕੋਈ ਜਿਹੀ ਸੁਭਾਵਨਾ ਸਾਨੂੰ ਨਜ਼ਰ ਆਉਂਦੀ ਹੈ। ਇਸ ਵਾਸਤੇ ਸਾਡੇ ਲਈ ਨੇਕ ਕਲੰਕ ਜਿਹੜਾ ਸ਼ਬਦ ਵਰਤਿਆ ਉਹ ਗੁਰੂ ਸਤਿਗੁਰੂ ਲਈ ਵਰਤਿਆ ਤੇ ਸਤਿਗੁਰੂ ਸਦਾ ਹੀ ਸਰਵਉੱਚ ਹੈ ਸਰਵਉੱਚ ਰਹੇਗਾ ਸਰਵਉੱਚ ਹੈ ਸਰਵਉੱਚ ਸੀ ਤੇ ਸਰਵਉੱਚ ਰਹੇਗਾ। ਇਸ ਵਾਸਤੇ ਉਸ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਵਿੱਚ ਭੱਟਾ ਨੇ ਇਹ ਸ਼ਬਦ ਜਿਹੜਾ ਉਹਨਾਂ ਲਈ ਵਰਤਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਲਈ ਤੁਸੀਂ ਹੀ ਸਭ ਕੁਝ ਹੋ ਤੁਸੀਂ ਹੀ ਸਾਡੇ ਲਈ ਨਿਕਲੰਕ ਹੋ ਤੁਸੀਂ ਸਾਡੇ ਲਈ ਕਿਸ਼ਨ ਹੋ ਤੁਸੀਂ ਹੀ ਸਾਰੇ ਮਾਇਆ ਨੂੰ ਦਲਵਲ ਵਾਲੇ ਹੋ ਤੁਸੀਂ ਸਾਡੇ ਲਈ ਸ਼ਕਤੀ ਹੋ ਮਹਾਨ ਹੋ। ਇਹ ਗੱਲ ਗੁਰੂ ਰਾਮਦਾਸ ਪਾਤਸ਼ਾਹ ਲਈ ਇਸਤੇਮਾਲ ਕੀਤੀ ਹੈ। ਤੋ ਨਿਕਲੰਕ ਸ਼ਬਦ ਗੁਰਬਾਣੀ ਵਿੱਚ ਜਿਹੜਾ ਆਇਆ ਉਸ ਢੰਗ ਦੇ ਨਾਲ ਉਦੋਂ ਇਸਤੇਮਾਲ ਕੀਤਾ ਗਿਆ। ਅੱਗੇ ਸ਼ਬਦ ਚੱਲਦੇ ਹਨ ਨਿਰਵਾਣ। ਨਿਰਵਾਣ ਦਾ ਜੋ ਸ਼ਬਦੀ ਅਰਥ ਹੁੰਦਾ ਹੈ ਉਹ ਹੁੰਦਾ ਕਿਸੇ ਰੋਸ਼ਨੀ ਦਾ ਮਿਟ ਜਾਣਾ ਜਾਂ ਦੀਵੇ ਦਾ ਬੁਝ ਜਾਣਾ। ਬੁੱਧ ਮਤ ਵਿੱਚ ਇਸ ਨਿਰਵਾਣ ਸ਼ਬਦ ਦਾ ਜਿਹੜਾ ਇਸਤੇਮਾਲ ਹੋਇਆ ਜਾਂ ਵਰਤੋਂ ਹੋਈ ਉਹ ਮੁਕਤੀ ਜਾਂ ਇੱਕ ਸ਼ਾਂਤ ਅਵਸਥਾ ਦੇ ਲਈ ਕੀਤੀ ਜਾਂਦੀ ਹੈ ਜਿਹਨੂੰ ਅਸੀਂ ਸਹਿਜ ਕਹਿ ਦਿੰਦੇ ਹਾਂ ਜਿਹਨੂੰ ਆਨੰਦ ਕਹਿ ਦਿੰਦੇ ਹਨ ਜਿੱਥੇ ਫੁਰਨਿਆਂ ਦਾ ਫੁਰਨਾ ਬੰਦ ਹੋ ਜਾਂਦਾ ਹੈ ਜਿੱਥੇ ਕੋਈ ਦੁੱਖ ਸੁੱਖ ਨਾ ਰਹੇ ਜਿੱਥੇ ਕੋਈ ਜਿਹੜਾ ਸ਼ਬਦ ਅਸੀਂ ਪੜ੍ਹਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ ਵਾਲਾ ਉਹ ਅਵਸਥਾ ਦੀ ਗੱਲ ਕੀਤੀ ਨਿਰਵਾਣ ਦੀ ਜਿਹੜੀ ਗੱਲ ਕੀਤੀ ਹੈ। ਕਈ ਬੋਧੀ ਇਹ ਜਿਹੜੇ ਬੋਧੀ ਨੂੰ ਮੰਨਣ ਵਾਲੇ ਆਚਾਰੀਆ ਨੇ ਇਹਨੂੰ ਸ਼ੂਨ ਵੀ ਕਹਿੰਦੇ। ਸ਼ੂਨਿਆ ਮਤਲਬ ਜ਼ੀਰੋ
ਜਿੱਥੇ ਕੁਝ ਨਹੀਂ, ਕੋਈ ਫੁਰਨਾ ਬੰਦ ਹੋ ਜਾਂਦਾ, ਸੁੰਨ ਅਵਸਥਾ ਵੀ ਅਸੀਂ ਕਹਿ ਸਕਦੇ ਹਾਂ। ਸੁੰਨਿਆਂ ਦੀ ਅਵਸਥਾ ਵੀ ਇਹਨੂੰ ਕਹਿ ਸਕਦੇ ਹਾਂ, ਜ਼ੀਰੋ, ਜਿੱਥੇ ਕੋਈ ਨਹੀਂ, ਕੁਝ ਵੀ ਨਹੀਂ ਹੈ, ਉਹ ਇਹਨੂੰ ਕਹਿੰਦੇ ਨੇ। ਪਰ ਇਹ ਆਤਮਾ ਦੀ ਪ੍ਰਾਪਤੀ ਦੀ ਇੱਕ ਵਿਸ਼ੇਸ਼ ਦਿਸ਼ਾ ਹੈ ਜਿਹੜੀ ਉਹ ਬੋਧੀ ਮੰਨਦੇ ਹੈ। ਜਿਵੇਂ ਆਮ ਤੌਰ ਤੇ ਤੁਰਿਆ ਪਦ ਲਫ਼ਜ਼ ਵਰਤਿਆ ਜਾਂਦਾ ਹੈ, ਸਿੱਧਾਂ ਜੋਗੀਆਂ ਨੇ ਇਹ ਸਹਿਜ ਪਦ ਦੀ ਵਰਤੋਂ ਵੀ ਕੀਤੀ ਹੈ, ਪਰਮ ਪਦ ਦੀ ਵਰਤੋਂ ਵੀ ਕੀਤੀ ਹੈ। ਆਤਮਾ ਦੀ ਉੱਚ ਅਵਸਥਾ ਜਿਹੜੀ ਹੈ, ਉਹਨੂੰ ਇਹ ਮੰਨਿਆ ਜਾਂਦਾ ਹੈ। ਇਹਨੂੰ ਪਰਮ ਪਿਤਾ ਪਰਮੇਸ਼ਰ ਦੇ ਨਾਲ ਅਭੇਦ ਹੋਣ ਦੀ ਅਵਸਥਾ ਵੀ ਮੰਨਿਆ ਜਾਂਦਾ ਹੈ। ਬੋਧੀ ਸਹਿਤ ਵਿੱਚ ਨਿਰਵਾਣ ਉਸੇ ਪਦ ਦਾ ਇੱਕ ਸੂਚਕ ਲਫ਼ਜ਼ ਜਿਹੜਾ ਹੈ ਉਹ ਆਉਂਦਾ ਬੋਧੀ ਸਹਿਤ ਵਿੱਚ। ਫਿਰ ਇਸ ਇਸ ਸ਼ਬਦ ਨੂੰ, ਨਿਰਵਾਣ ਪਦ ਨੂੰ, ਗੁਰੂ ਗ੍ਰੰਥ ਸਾਹਿਬ ਅੰਦਰ ਵੀ ਇਸਤੇਮਾਲ ਕੀਤਾ ਗਿਆ ਹੈ। ਆਪਾਂ ਜਦੋਂ ਪੜਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹ 'ਚ ਵੀ ਨਿਰਵਾਣ ਹੁੰਦਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਦੇ ਛੂਟੇ। ਤੇ ਇਹ ਨਿਰਵਾਣ ਨੂੰ ਮੁਕਤੀ ਦੇ ਅਰਥਾਂ ਦੇ ਵਿੱਚ ਵੀ ਇਸਤੇਮਾਲ ਕੀਤਾ ਗਿਆ ਹੈ। ਬੁੱਧ ਮਤ ਵਿੱਚ ਨਿਰਵਾਣ ਪ੍ਰਾਪਤੀ ਦਾ ਮਾਰਗ ਅਸ਼ਟਾਂਗ ਹੈ, ਜੋ ਬੁੱਧ ਮਤ ਦਾ ਸਿਧਾਂਤ ਹੈ। ਭਗਤੀ ਲਹਿਰ ਦੇ ਜਿਹੜਾ ਸਿਧਾਂਤ ਸੀ, ਉਹ ਸੀ ਇੱਕੋ ਇੱਕ ਵਾਹਿਗੁਰੂ ਦੀ ਯਾਦ ਨੂੰ ਹੀ ਰਸਤਾ ਮੰਨਿਆ ਗਿਆ ਹੈ, ਜਿਹੜੀ ਦੇ ਵਿੱਚ ਗੁਰਮਤਿ ਵੀ ਆਉਂਦੀ ਹੈ, ਜਿਹੜੀ ਭਗਤੀ ਲਹਿਰ ਦਾ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਮਤ ਵੀ ਆਉਂਦਾ ਹੈ। ਉਹ ਕੀ ਹੈ ਕਿ ਇਹ ਇੱਕ ਨਾਮ ਪ੍ਰਮਾਤਮਾ ਦੀ ਯਾਦ, ਉਹਦਾ ਸਿਮਰਨ, ਉਹਦੀ ਬੰਦਗੀ, ਉਹੀ ਸਭ ਕੁਝ ਹੈ। ਤੋ ਅਸੀਂ ਜਦੋਂ ਪੜ੍ਹਦੇ ਆ ਗੁਰਬਾਣੀ ਨੂੰ, ਭਗਤ ਨਾਮਦੇਵ ਜੀ ਭੈਰੋ ਰਾਗ ਦੇ ਵਿੱਚ ਜਦੋਂ ਸ਼ਬਦ ਵਰਤਦੇ ਹਨ, ਮਿਥਿਆ ਜਿਹਬਾ ਅਵਰੇ ਕਾਮ, ਨਿਰਵਾਣ ਪਦ ਇੱਕ ਹਰਿ ਕੋ ਨਾਮ, ਇੱਥੋਂ ਸਮਝ ਆਉਂਦੀ ਨਿਰਵਾਣ ਪਦ ਦੇ ਕੀ ਅਰਥ ਹਨ। ਨਿਰਵਾਣ ਪਦ ਕੇਵਲ ਪਰਮਾਤਮਾ ਦੀ ਯਾਦ ਹੈ। ਨਿਰਵਾਣ ਉੱਚੀ ਆਤਮਿਕ ਅਵਸਥਾ ਹੈ। ਨਿਰਵਾਣ ਉਹ ਅਵਸਥਾ ਹੈ ਜਿੱਥੇ ਮਾਇਕ ਫੁਰਨਿਆਂ ਦਾ ਫੁਰਨਾ ਬੰਦ ਹੋ ਜਾਂਦਾ ਹੈ। ਨਿਰਵਾਣ ਉਹ ਅਵਸਥਾ ਹੈ ਜਦੋਂ ਆਤਮਾ ਆਪਣੇ ਮੂਲ ਨੂੰ ਪਛਾਣ ਲੈਂਦੀ ਹੈ। ਨਿਰਵਾਣ ਉਹ ਅਵਸਥਾ ਹੈ ਜਿਸ ਅਵਸਥਾ ਵਿੱਚ ਆਪਣੀ ਛੋਟੀ ਜਿਹੀ ਜਿੰਦ ਸਰਵ ਵਿਆਪਕ ਜਿੰਦ ਵਿੱਚ ਅਭੇਦ ਹੋ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਇਹ ਨਿਰਵਾਣ ਉਸ ਅਵਸਥਾ ਦਾ ਨਾਮ ਗੁਰਮਤਿ ਨੇ ਦਿੱਤਾ ਹੈ। ਗੁਰਮਤਿ ਨੇ ਦੂਜੇ ਨਿਰਵਾਣ ਦੀ ਗੱਲ ਨਹੀਂ ਕੀਤੀ ਜੋ ਬੁੱਧ ਮਤ ਦਾ ਨਿਰਵਾਣ ਹੈ। ਗੁਰਮਤਿ ਦਾ ਜਿਹੜਾ ਨਿਰਵਾਣ ਹੈ ਉਹ ਹੈ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ, ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ। ਗੋੜੀ ਰਾਗ ਵਿੱਚ, ਗੋੜੀ ਦੀ ਵਾਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਬੋਲ ਹੈ 322 ਸ਼ਬਦ ਦੇ ਉੱਤੇ, ਵੀ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। ਇਹ ਜੀਵਨ ਪਦ ਨਿਰਵਾਣ ਕੀ ਹੈ? ਇੱਕ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਜਾਣਾ, ਦੂਜੀ ਨਾਹੀ ਜਾਏ, ਹੋਰ ਕੋਈ ਥਾਂ ਹੀ ਨਹੀਂ ਹੈ। ਕਿਨ ਬਿਦ ਧੀਰੀਐ, ਜਿੱਥੇ ਜਾ ਕੇ ਮਨ ਟਿਕਾਣੇ ਵਿੱਚ ਆ ਜਾਏ, ਜਿੱਥੇ ਮਨ ਟਿਕ ਜਾਏ, ਧੀਰਜ ਕਰ ਲਵੇ, ਉਹ ਟਿਕਾਣਾ ਹੈ ਹੀ ਕੋਈ ਨਹੀਂ। ਤਾਂ ਗੁਰਮਤਿ ਦਾ ਨਿਰਵਾਣ ਕੇਵਲ ਪ੍ਰਮਾਤਮਾ ਦੀ ਯਾਦ ਹੈ, ਉਹਦੀ ਬੰਦਗੀ ਹੈ। ਨਾ ਇਹ ਕੋਈ ਘਰ ਛੱਡਣ ਦੀ ਅਵਸਥਾ ਹੈ, ਨਾ ਹੀ ਇਹ ਕੋਈ ਗ੍ਰਸਥ ਤਿਆਗਣ ਦੀ ਅਵਸਥਾ ਹੈ, ਨਾ ਹੀ ਇਹ ਭਿਕਸ਼ੂ ਬਣ ਕੇ ਕੋਈ ਫਿਰਨ ਦੀ ਅਵਸਥਾ ਹੈ। ਇਹ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕੇ ਨਿਰਵਾਣ ਦੀ ਅਵਸਥਾ ਦੇ ਉੱਤੇ ਪਹੁੰਚਣਾ, ਇਹ ਗੁਰਮਤਿ ਦਾ ਜਿਹੜਾ ਹੈ ਉਹ ਸਿਧਾਂਤ ਹੈ, ਉਹ ਮਾਰਗ ਹੈ। ਗੁਰਮਤਿ ਨੇ ਨਿਰਵਾਣ ਪਦ ਨੂੰ ਇਸ ਢੰਗ ਦੇ ਨਾਲ ਇਸਤੇਮਾਲ ਜਿਹੜਾ ਹੈ ਉਹ ਕੀਤਾ ਹੈ। ਅਗਲੇ ਸ਼ਬਦ ਆਪਾਂ ਚੱਲਦੇ ਉਹ ਹੈ ਨਿੰਦਾ। ਨਿੰਦਕ ਸ਼ਬਦ ਜਿਹੜਾ ਨਿੰਦਕ ਸ਼ਬਦ ਹੈ, ਨਿੰਦਾ ਤੋਂ ਹੀ ਬਣਿਆ ਹੈ। ਨਿੰਦਾ ਦੇ ਜੇ ਅਸੀਂ ਲਫ਼ਜ਼ੀ ਅਰਥ ਕਰਦੇ ਹਾਂ, ਉਹ ਹੈ ਦੋਸ਼ ਥੱਪਣ ਦੀ ਕਿਰਿਆ। ਦੂਜੇ ਲਫ਼ਜ਼ਾਂ 'ਚ ਮੈਂ ਇਹ ਗੱਲ ਕਹਿ ਲਵਾਂ, ਦੋਸ਼ ਮੜਨ ਦੀ ਕਿਰਿਆ, ਦੋਸ਼ ਥੱਪਣ ਦਾ ਕਰਮ, ਕਿਸੇ ਦੀ ਬੁਰਾਈ ਕਰਨਾ, ਚੰਗੇ ਭਲੇ ਪੁਰਸ਼ ਨੂੰ ਵੀ ਦੋਸ਼ ਲਾ ਕੇ ਕਲੰਕਿਤ ਕਰਨ ਦੀ ਸਕੀਮ ਰੱਖਣੀ। ਨਿੰਦਾ ਦੇ ਜੋ ਲਫ਼ਜ਼ੀ ਅਰਥ ਹਨ, ਮੈਂ ਉਹ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ ਹਾਂ। ਸਮਾਜ ਤੇ ਸੱਭਿਆਚਾਰ ਦੇ ਵਿਕਾਸ ਦਾ ਵਿੱਚ ਇੱਕ ਐਸਾ ਪੜਾਅ ਵੀ ਆ ਜਾਂਦਾ ਹੈ ਜਦੋਂ ਚੰਗਿਆਈ ਤੇ ਬੁਰਾਈ, ਨੇਕੀ ਤੇ ਬਦੀ ਦੇ ਨਿਯਮ ਜਿਹੜੇ ਹਨ ਉਹ ਬਣ ਜਾਂਦੇ ਹਨ। ਹਰ ਸਮਾਜ ਤੇ ਸੱਭਿਆਚਾਰ ਦੇ ਵਿੱਚ ਆਪਣੀਆਂ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਕੋਈ ਇਹੋ ਨਿਯਮ ਜੇ ਬਣਾ ਲੈਂਦੇ ਹਨ ਵੀ ਨੇਕੀ ਕੀ ਹੈ, ਬਦੀ ਕੀ ਹੈ। ਨਿੰਦਾ ਹੁੰਦਾ ਦੂਜੇ ਲਫ਼ਜ਼ਾਂ 'ਚ ਕਿਸੇ ਦੇ ਗੁਣਾਂ ਨੂੰ ਘਟਾ ਕੇ ਪੇਸ਼ ਕਰਨਾ ਤੇ ਕਿਸੇ ਦੇ ਔਗਣਾਂ ਨੂੰ ਜਿਹੜਾ ਹੈ ਉਹ ਵਧਾ ਲੈਣਾ। ਮਤਲਬ ਨਿੰਦਾ ਜਿਹੜੀ ਸੋਨੇ ਨੂੰ ਮਿੱਟੀ ਕਰਕੇ ਪੇਸ਼ ਕਰਨਾ,
ਤੇ ਜਿਹੜੀ ਉਸਤਤ ਹੈ ਉਹ ਹੈ ਮਿੱਟੀ ਨੂੰ ਸੋਨਾ ਕਰਕੇ ਪੇਸ਼ ਕਰਨਾ। ਦੋਨਾਂ ਚੀਜ਼ਾਂ ਦਾ ਆਪਸੀ ਉਲਟਾ ਰਸਤਾ ਹੈ। ਤੋ ਹਰ ਸਮਾਜ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹਨ ਇਹ ਚੱਲਦੀਆਂ ਹਨ। ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੇ ਵਿਅਕਤੀ ਅਸਲ ਵਿੱਚ ਆਪ ਨੂੰ ਕੁਝ ਗੱਲ ਹੁੰਦੀ ਨਹੀਂ ਜਾਂ ਆਪ ਉਹ ਤਰੱਕੀ ਨਹੀਂ ਕਰ ਸਕਦੇ, ਤਾਂ ਉਹ ਸਮਾਜ ਦੇ ਵਿੱਚੋਂ ਚੰਗੇ ਵਿਅਕਤੀਆਂ ਦੀਆਂ ਜਾਂ ਨੇਕ ਵਿਅਕਤੀਆਂ ਦੀਆਂ ਜਾਂ ਸਫਲ ਵਿਅਕਤੀਆਂ ਦੀਆਂ ਕਮਜ਼ੋਰੀਆਂ ਨੂੰ ਲੱਭ ਕੇ ਲਿਆਈ ਜਾਂਦੇ ਹਨ, ਜਿਹਨੂੰ ਕੀੜੇ ਮਕੌੜੇ ਚੁਗਣਾ ਮੈਂ ਲਫ਼ਜ਼ ਵਰਤਦਾ ਹਾਂ। ਆਮ ਤੌਰ ਤੇ ਕੀੜੇ ਮਕੌੜੇ ਹੀ ਚੁਗਣਾ ਸਾਡਾ ਸੁਭਾਅ ਵੀ ਇਹੋ ਜਿਹਾ ਹੀ ਹੈ ਵੀ ਅਸੀਂ ਕੀੜੇ ਮਕੌੜੇ ਬਹੁਤ ਚੁਗਦੇ ਹਾਂ। ਅਜਿਹੇ ਵਿਅਕਤੀਆਂ ਨੂੰ ਨਿੰਦਕ ਕਿਹਾ ਜਾਂਦਾ ਹੈ, ਜਿਹੜੇ ਵਿਅਕਤੀ ਇਸ ਸਮਾਜ ਵਿੱਚ ਚੰਗੇ ਵਿਅਕਤੀਆਂ ਦੀਆਂ ਬਿਨਾਂ ਕਿਸੇ ਵਜ੍ਹਾ ਤੋਂ ਕੋਈ ਨਾ ਕੋਈ ਕਮਜ਼ੋਰੀਆਂ ਜਾਂ ਨੁਕਸ ਕੱਢਣ ਦੇ ਆਦੀ ਜਿਹੜੇ ਹੋ ਜਾਂਦੇ ਹਨ। ਕਿਉਂਕਿ ਉਹਨਾਂ ਨੇ ਜਿਹੜੇ ਚੰਗੇ ਵਿਅਕਤੀ ਹਨ ਉਹਨਾਂ ਦੀ ਕੋਈ ਸਿਫਤ ਕਰਨ ਦੀ ਥਾਂ ਦੇ ਉੱਤੇ ਉਹਨਾਂ ਦਾ ਸਾਰਾ ਸਮਾਂ ਉਹਨਾਂ ਦੀ ਬਦਨਾਮੀ ਕਰਨ ਦੇ ਉੱਤੇ ਹੀ ਲੱਗਦਾ ਹੈ। ਬਹੁਤ ਸਾਰੇ ਲੋਕ ਸਾਨੂੰ ਇਹੋ ਜਿਹੇ ਮਿਲ ਜਾਣਗੇ। ਸਮਾਜ ਵਿੱਚ ਰਹਿਣ ਵਾਲੇ ਜਿਹੜੇ ਬਹੁਤੇ ਲੋਕ ਨੇ ਉਹ ਵਿਵੇਕਸ਼ੀਲ ਨਹੀਂ ਹੁੰਦੇ, ਜਿਹੜੇ ਸਮਾਜ ਵਿੱਚ ਰਹਿਣ ਵਾਲੇ ਹਨ। ਨਾ ਹੀ ਉਹ ਕਿਸੇ ਵਿਅਕਤੀ ਦੇ ਵਿਰੁੱਧ ਘੂਕ ਪੜਤਾਲ ਕਰ ਸਕਦੇ ਹਨ ਵੀ ਇਹ ਸੱਚ ਕਿਹਾ ਜਾਂ ਗਲਤ ਕਿਹਾ ਜਾਂ ਝੂਠ ਬੋਲਿਆ ਜਾਂ ਕੀ ਕਿਹਾ। ਇਸ ਵਾਸਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਈ ਜਿਹੜੇ ਚੰਗੇ ਪੁਰਸ਼ ਹਨ, ਭਲੇ ਪੁਰਸ਼ ਹਨ, ਉਹ ਵਿਅਕਤੀ ਵੀ ਬਦਨਾਮ ਹੋ ਜਾਂਦੇ ਹਨ। ਸਮਾਜ ਵਿੱਚ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਨਿੰਦਾ ਨੂੰ ਇੱਕ ਅਸੀਂ ਕਹਿ ਸਕਦੇ ਹਾਂ ਇਹ ਅਨੁਚਿਤ ਸਮਾਜ ਵਿਰੋਧੀ ਕਰਮ ਹੈ। ਜਿਹੜਾ ਨਿੰਦਾ ਹੈ ਅਨੁਚਿਤ ਹੈ, ਯੋਗ ਨਹੀਂ ਹੈ, ਤੇ ਇਹ ਸਮਾਜ ਵਿਰੋਧੀ ਕਰਮ ਹੈ ਜਿਹਨੂੰ ਅਸੀਂ ਨਿੰਦਾ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਹੈ, ਇਸ ਧਰਮ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਪ੍ਰਗਤੀਸ਼ੀਲ ਸਿਧਾਂਤ ਬਣਾ ਕੇ ਦਿੱਤੇ ਹਨ, ਤਰੱਕੀ ਵਾਲੇ ਪਾਸੇ ਵਾਲੇ ਸਿਧਾਂਤ ਬਣਾ ਕੇ ਦਿੱਤੇ ਹਨ। ਇੱਕ ਸਿਧਾਂਤ ਇਹ ਵੀ ਰੱਖਿਆ ਕਿ ਕਿਸੇ ਗੁਰੂ ਪਦਵੀ ਜਿਹੜੀ ਹੈ ਇਹ ਕਿਸੇ ਵਿਅਕਤੀ ਨੂੰ ਜਨਮ ਜਾਂ ਜਾਤ ਦੇ ਆਧਾਰ ਉੱਤੇ ਨਹੀਂ ਮਿਲਦੀ। ਇੱਕ ਇਹ ਵੀ ਸਿਧਾਂਤ ਰੱਖਿਆ ਗਿਆ, ਸਗੋਂ ਉਹਦੇ ਕਰਮਾਂ ਦੇ ਉੱਤੇ, ਗੁਣਾਂ ਦੇ ਉੱਤੇ ਜਿਹੜੀ ਹੈ ਉਹ ਗੁਰੂ ਪਦ ਜਿਹੜਾ ਸੀ ਉਹ ਮਿਲਦਾ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਗੱਦੀ ਜਿਹੜੀ ਸੀ, ਗੁਰੂ ਨਾਨਕ ਸਾਹਿਬ ਨੂੰ ਦੇਖਦੇ ਆ, ਗੁਰੂ ਅੰਗਦ ਸਾਹਿਬ ਨੂੰ ਦੇਖਦੇ ਆ, ਗੁਰੂ ਅਮਰਦਾਸ ਜੀ ਨੂੰ ਦੇਖਦੇ ਆ ਵੀ ਉਹਨਾਂ ਨੇ ਆਪਣੇ ਪਰਿਵਾਰ ਨੂੰ, ਪੁੱਤਰਾਂ ਨੂੰ ਛੱਡ ਕੇ ਗੁਰਗੱਦੀ ਜਿਹੜੀ ਸੀ ਉਹ ਆਪਣੇ ਸੇਵਕਾਂ ਨੂੰ ਸਮਝੀ। ਉਹਨਾਂ ਨੇ ਉਹਨਾਂ ਦੇ ਗੁਣਾਂ ਨੂੰ ਲੱਭਿਆ, ਗੁਣਾਂ ਨੂੰ ਦੇਖਿਆ। ਤੇ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਦੀ ਬਜਾਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤੀ। ਹੁਣ ਜਿਹੜਾ ਪ੍ਰਿਥੀ ਚੰਦ ਸੀ, ਜਦੋਂ ਉਹ ਗੁਰਗੱਦੀ ਤੋਂ ਖਾਲੀ ਹੋ ਗਿਆ, ਵਾਂਝਾ ਹੋ ਗਿਆ, ਮਾਫ ਕਰ ਦੇਣਾ ਜੀ, ਗੱਦੀ ਜਦੋਂ ਉਹਨੂੰ ਨਾ ਮਿਲੀ ਤਾਂ ਉਹਨੇ ਫਿਰ ਨਿੰਦਾ ਦਾ ਕੰਮ ਸ਼ੁਰੂ ਕੀਤਾ। ਮੈਂ ਇਹ ਜ਼ਿਕਰ ਤਾਂ ਕੀਤਾ ਹੈ ਵੀ ਇਹ ਜਿਹੜਾ ਪ੍ਰਿਥੀ ਚੰਦ ਸੀ, ਜਿਹੜਾ ਗੁਰਗੱਦੀ ਦੇਣ ਦਾ ਜ਼ਿਕਰ ਮੈਂ ਸਿਰਫ ਇਸ ਗੱਲ ਨੂੰ ਜੋੜਨ ਲਈ ਕੀਤਾ ਹੈ ਕਿ ਪ੍ਰਿਥੀ ਚੰਦ ਨੇ ਕੀ ਕੀਤਾ। ਪ੍ਰਿਥੀ ਚੰਦ ਨੇ ਗੁਰੂ ਘਰ ਦੀ ਨਿੰਦਾ ਕਰਨ ਦਾ ਕੰਮ ਜਿਹੜਾ ਸੀ ਸ਼ੁਰੂ ਕਰ ਦਿੱਤਾ। ਤੋ ਪ੍ਰਿਥੀ ਚੰਦ ਜਿਹੜਾ ਸੀ ਉਹਨੇ ਕਈ ਐਸੇ ਹੋਰ ਉਪਰਾਲੇ ਵੀ ਕੀਤੇ, ਜਿਹਨੂੰ ਗੁਰੂ ਘਰ ਨੂੰ ਲੰਗਰ ਦੇ ਉੱਤੇ ਰੋਕ ਲਾ ਦਿੱਤੀ, ਰਸਦ ਜਿਹੜੀ ਸੀ ਰਸਤੇ 'ਚ ਕਬਜ਼ਾ ਕਰ ਲਿਆ, ਲੰਗਰ ਜਿਹੜਾ ਸੀ ਮਸਤਾਨਾ ਕਰਾਇਆ। ਐਸੇ ਕੰਮ ਜਿਹੜੇ ਸੀ ਉਹਨੇ ਕੀਤੇ ਵੀ ਇਹ ਤਾਂ ਗੱਦੀ ਮੇਰਾ ਹੱਕ ਸੀ, ਇਹ ਐਵੇਂ ਅਰਜਨ ਨੂੰ ਗੱਦੀ ਦੇ ਦਿੱਤੀ। ਇਸ ਤਰ੍ਹਾਂ ਦੇ ਲਫ਼ਜ਼ ਵੀ ਉਹਨੇ ਜਿਹੜੇ ਸਨ ਇਹ ਵਰਤੇ। ਤੋ ਉਹ ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਜਿਹੜੇ ਹਨ ਇਹ ਬਹੁਤ ਨਿੰਦਾ ਬਾਰੇ ਲਫ਼ਜ਼ ਬਹੁਤ ਇਸਤੇਮਾਲ ਹੋਇਆ। ਗੁਰੂ ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ ਜੀ ਨੇ, ਭਗਤਾਂ ਨੇ ਨਿੰਦਕ ਨੂੰ ਵੀ ਆਪਣੇ ਸਮੇਂ 'ਚ ਬਹੁਤ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਦੇਖਦੇ ਹਾਂ ਭਗਤ ਕਬੀਰ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਉਹਨਾਂ ਦਾ ਇੱਕ ਸ਼ਬਦ ਆਉਂਦਾ, ਗੌੜੀ ਕਬੀਰ ਦੇ ਨਸਰ ਲੇਖ ਦੇ ਹੇਠ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਸ ਸ਼ਬਦ ਵਿੱਚ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਵਸਾਈਐ। ਉਹ ਸਾਰਾ ਸ਼ਬਦ ਜਿਹੜਾ ਹੈ ਉਹਦੇ ਅਖੀਰ ਤੇ ਜਾ ਕੇ ਲਿਖਦੇ ਹਨ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰੇ ਕਰੇ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ ਹਮ ਉਤਰੇ ਪਾਰ। ਇੱਥੇ ਬੜੀ ਵਿਅੰਗਮਈ ਢੰਗ ਦੇ ਨਾਲ ਭਗਤ ਕਬੀਰ ਜੀ ਨੇ ਨਿੰਦਾ ਕਰਨ ਵਾਲਿਆਂ ਨੂੰ ਇਹ ਗੱਲ ਸਮਝਾ ਦਿੱਤੀ
ਵੀ ਤੁਸੀਂ ਜਿੰਨਾ ਮਰਜ਼ੀ ਨਿੰਦਾ ਕਰ ਲਓ, ਜਿੰਨਾ ਮਰਜ਼ੀ ਕਹਿ ਲਓ। ਤਾਂ ਕਬੀਰ ਜੀ ਨੇ ਵਿਅੰਗਮਈ ਇੱਕ ਵਿਧੀ ਦੇ ਨਾਲ ਨਿੰਦਾ ਦੀ ਆਲੋਚਨਾ ਵੀ ਕੀਤੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਵੀ ਜਿਹੜੇ ਸ਼ਬਦ ਨੇ ਉਹ ਵੀ ਨਿੰਦਕਾਂ ਦੇ ਬਾਰੇ ਵਿੱਚ ਬੜੇ ਅਸੀਂ ਪੜ੍ਹਦੇ ਹਾਂ। ਐਸੋ ਝੂਠ ਮੁਠੇ ਸੰਸਾਰਾ, ਨਿੰਦਕ ਨਿੰਦੇ ਮੁਝੇ ਪਿਆਰਾ। ਗੁਰੂ ਨਾਨਕ ਸਾਹਿਬ ਜੀ ਇਹ ਗੱਲ ਕਹਿੰਦੇ ਨੇ ਵੀ ਇਹ ਨਿੰਦਾ ਕਰਨੀ ਇਹਨਾਂ ਦਾ ਕੰਮ ਹੈ। ਪ੍ਰਭਾਤੀ ਰਾਗ ਵਿੱਚ ਸਤਿਗੁਰੂ ਦਾ ਸ਼ਬਦ ਆਉਂਦਾ ਹੈ, ਜਿਸ ਨਿੰਦੇ ਸੋਈ ਬਿਦ ਜਾਣੇ, ਗੁਰ ਕੇ ਸ਼ਬਦੇ ਦਰ ਨਿਸ਼ਾਨੇ। ਲੰਬਾ ਸ਼ਬਦ ਹੈ। ਉਸਤਤ ਨਿੰਦਾ ਸ਼ਬਦ ਵਿਚਾਰ, ਜੋ ਦੇਵੇ ਤਿਸ ਕੋ ਜੈਕਾਰ। ਅਸਲ ਵਿੱਚ ਜੇ ਸ਼ਬਦ ਦੀ ਵਿਚਾਰ ਜਿਹੜੀ ਕਰਨੀ ਸਭ ਤੋਂ ਉੱਤਮ ਹੈ। ਸਾਰੀ ਗੱਲਾਂ ਦੱਸ ਕੇ ਦੇਗਾ ਵੀ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ। ਕੋਈ ਨਿੰਦੀ ਜਾਵੇ, ਕੋਈ ਸੋਭਾ ਕਰੀ ਜਾਏ, ਕੋਈ ਵਡਿਆਈ ਕਰੀ ਜਾਏ। ਤਾਂ ਜਿਹੜੇ ਗੁਰੂ ਰਾਮਦਾਸ ਜੀ ਦੀ ਜਿਹੜੀ ਬਾਣੀ ਆਉਂਦੀ ਹੈ ਉਹਦੇ ਵਿੱਚ ਨਿੰਦਕਾਂ ਦੇ ਪ੍ਰਤੀ ਸਤਿਗੁਰੂ ਜੀ ਨੇ ਚੰਗੇ ਸ਼ਬਦ, ਜਿਹੜੇ ਕਠੋਰ ਸ਼ਬਦ ਜਾਂ ਮੈਂ ਦੂਜੇ ਲਫ਼ਜ਼ ਕਹਿੰਦੇ ਸਖਤ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ। ਉਹਨਾਂ ਵਿੱਚ ਇਹ ਕਿਹਾ ਕਿ ਪ੍ਰਮਾਤਮਾ ਜਿਹੜਾ ਹੈ ਆਪਣੇ ਭਗਤਾਂ ਦਾ ਹਮੇਸ਼ਾ ਸਹਾਈ ਹੁੰਦਾ ਹੈ, ਪਰ ਭਗਤਾਂ ਦੇ ਵੱਲ ਰਹਿੰਦਾ ਹੈ। ਨਿੰਦਕ ਪਰਮਾਤਮਾ ਦੇ ਭਗਤ ਦਾ ਕੁਝ ਨਹੀਂ ਵਿਗਾੜ ਸਕਦੇ। ਪ੍ਰਮਾਤਮਾ ਨਿੰਦਕਾਂ ਦੇ ਮੂੰਹ ਕਾਲੇ ਕਰਦਾ ਹੈ। ਜੋ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ ਵੀ ਪ੍ਰਮਾਤਮਾ ਨਿੰਦਕਾਂ ਦੇ ਮੂੰਹ ਕਾਲੇ ਕਰਦਾ, ਭਾਵ ਉਹਨਾਂ ਦੀ ਬਦਨਾਮੀ ਆਪਣੇ ਆਪ ਹੀ ਹੋ ਜਾਂਦੀ ਹੈ। ਜਿਹੜਾ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਦਾ ਲੋਕ ਪਰਲੋਕ ਨਸ਼ਟ ਹੋ ਜਾਂਦਾ। ਜਿਹੜਾ ਸਤਿਗੁਰੂ ਜੀ ਦੀ ਨਿੰਦਾ ਕਰਦਾ ਹੈ ਉਹ ਖੱਪ ਖੱਪ ਕੇ, ਖੱਜਲ ਹੋ ਕੇ ਖੁਆਰ ਵੀ ਹੁੰਦਾ ਹੈ। ਉਹਨੂੰ ਅੱਗੇ ਪਿੱਛੇ ਕੋਈ ਢੋਈ ਨਹੀਂ ਮਿਲਦੀ। ਜੋ ਉਹ ਸੋਨੇ ਨੂੰ ਵੀ ਹੱਥ ਪਾ ਲਵੇ ਤਾਂ ਉਹ ਵੀ ਸਰਸਵਾ ਵੀ ਬਣ ਜਾਂਦੀ ਹੈ। ਬੜਾ ਪਿਆਰਾ ਸ਼ਬਦ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਗੌੜੀ ਰਾਗ ਦੇ ਵਿੱਚ ਆਉਂਦਾ ਹੈ। ਸੱਚ ਸਾਹਿਬ ਸਤਿਗੁਰ ਕੇ ਬਲ ਹੈ, ਤਾਂ ਝੱਕ ਝੱਕ ਮਰੇ ਸਭ ਲੁਕਾਈ। ਬੜੀ ਪਿਆਰਾ ਸ਼ਬਦ ਸਤਿਗੁਰੂ ਜੀ ਨੇ ਲਿਖਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ। ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤੇ ਆਪ ਵਧਾਈ। ਜਿਉਂ ਜਿਉਂ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜੇ ਸਵਾਈ। ਜਨ ਨਾਨਕ ਹਰ ਅਰਾਧਿਆ, ਤਿਨ ਪੈਰੀ ਆਨ ਸਭ ਪਾਈ। ਇਹ ਸ਼ਬਦ ਜਿਹੜਾ ਹੈ ਆਉਂਦਾ ਹੈ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਇੱਕ ਗੌੜੀ ਰਾਗ ਵਿੱਚ ਇੱਕ ਹੋਰ ਸ਼ਬਦ ਲਿਖਿਆ, ਤੁਰ ਮਾਰੇ ਪੂਰੇ ਸਤਿਗੁਰੂ ਸਹੀ ਹੁਣ ਸਤਿਗੁਰੂ ਮਾਰੇ। ਇਹ ਬਹੁਤ ਪਿਆਰਾ ਸ਼ਬਦ। ਇਹਦੇ ਵਿਚਾਰ ਵੀ ਕਿਸੇ ਵੇਲੇ ਪੂਰੀ ਵਿਚਾਰ ਜੋ ਸ਼ਬਦ ਦੀ ਕਰਾਂਗੇ ਤਾਂ ਸਮਝ ਆਏਗੀ। ਜੇ ਮਿਲਨ ਨੂੰ ਬਥੇਰਾ ਲੋਚੀਏ, ਨਾ ਦੇਈ ਮਿਲਨ ਕਰਤਾਰੇ। ਸਤ ਸੰਗਤ ਢੋਈ ਨਾ ਲਹਿਨ, ਵਿੱਚ ਸੰਗਤ ਗੁਰ ਵਿਚਾਰੇ। ਕੋਈ ਜਾਏ ਮਿਲੇ ਹੁਣ ਉਹਨਾਂ ਨੂੰ, ਤਿਸ ਮਾਰੇ ਜਮ ਜੰਧਾਰੇ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰੰਗਤ ਕੀਤੇ ਕੁੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ, ਨਿਤਿਨ ਨਿੰਦਕ ਦੁਸ਼ ਸਭ ਤਾਰੇ। ਇਹ ਸਿਰਫ ਇੰਨੀ ਵਿਚਾਰ ਦੱਸਣ ਦੀ ਲੋੜ ਸੀ ਕਿ ਗੁਰੂ ਜੀ ਨੇ ਜਿਹੜਾ ਨਿੰਦਕ ਬਾਅਦ ਆਪਣੀ ਗਲਤੀ ਦਾ ਅਹਿਸਾਸ ਕਰ ਲਵੇ, ਆਪਣੀ ਅੰਦਰੋਂ ਇਹ ਮਹਿਸੂਸ ਕਰ ਲਵੇ, ਤੇ ਜੇ ਉਹ ਵੀ ਗੁਰੂ ਦਰਬਾਰ ਗੁਰੂ ਸ਼ਰਨ ਵਿੱਚ ਆਉਂਦਾ ਹੈ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਵਿੱਚ ਵੀ ਇਹ ਸ਼ਬਦ ਜਿਹੜੇ ਹਨ ਨਿੰਦਾ ਕਾਫੀ ਵਰਤੇ ਗਏ ਹਨ। ਨਿੰਦਕ ਕੋ ਫਿਟਕੇ ਸੰਸਾਰ, ਨਿੰਦਕ ਦਾ ਝੂਠਾ ਵਿਵਹਾਰ। ਇਹ ਭੈਰੋ ਰਾਗ ਵੀ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਤੇ ਕਹਿੰਦੇ ਨੇ ਬਗਲ ਸਮਾਧੀ ਲਾਉਣੀ, ਬਗਲਿਆਂ ਵਰਗੇ ਕੰਮ ਕਰਨੇ, ਇਹਨਾਂ ਦਾ ਕੰਮ ਹੈ ਨਿੰਦਾ ਦਾ। ਨਿੰਦਕ ਦਾ ਕੰਮ ਜਿਹੜਾ ਹੈ ਇਸ ਤਰ੍ਹਾਂ ਦਾ ਹੁੰਦਾ ਹੈ। ਤੋ ਜਿਹੜੀ ਨਿੰਦਾ ਦੀ ਗੱਲ ਕੀਤੀ ਹੈ ਸੁਖਮਣੀ ਦੀ ਬਾਣੀ ਵਿੱਚ ਵੀ ਆਉਂਦੀ ਹੈ। ਤੋ ਗੁਰਬਾਣੀ ਦੇ ਅੰਦਰ ਨਿੰਦਕ ਨੂੰ ਮਾੜਾ, ਦੁਰਾਚਾਰੀ, ਅਭਾਗਾ, ਘੋਰ ਅਪਰਾਧੀ ਵੀ ਮੰਨਿਆ ਗਿਆ ਹੈ। ਨਿੰਦਕ ਵਿਅਕਤੀ ਆਪਣੀਆਂ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਹੁੰਦੀਆਂ ਹਨ ਉਹ ਨਿੰਦਾ ਕਰਕੇ, ਇਹ ਨਿਖਿੱਧ ਕੰਮ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਂਦਾ ਹੈ। ਉਹਦਾ ਕੰਮ ਹੀ ਇਹ ਹੈ, ਉਹਦੇ ਕੀੜੇ ਮਕੌੜੇ ਚੁਗਣੇ ਨੇ। ਇਸ ਕਾਰਨ ਉਹ ਕਦੇ ਵੀ ਜੇ ਆਪਣੇ ਅਧਿਆਤਮਿਕ ਤੌਰ ਦੇ ਉੱਤੇ ਨਿੰਦਕ ਵਿਅਕਤੀ ਤਰੱਕੀ ਨਹੀਂ ਕਰ ਸਕਦਾ। ਅਧਿਆਤਮਿਕਵਾਦ ਵਿੱਚ ਕਦੀ ਵੀ ਉਹਨੂੰ ਤਰੱਕੀ ਨਹੀਂ ਮਿਲਦੀ। ਨਿੰਦਾ ਗੁਰਮਤ ਨੇ ਨਿੰਦਾ ਕਰਨੀ ਜਿਹੜੀ ਮਨਾ ਕੀਤੀ ਹੈ। ਜੋ ਵਿਅਕਤੀ ਸਾਰੀ ਇਹ ਨਿੰਦਾ ਇੱਕ ਐਸੀ ਚੀਜ਼ ਹੈ ਕਿ ਵਿਅਕਤੀ ਦੇ ਸ਼ੁਭ ਗੁਣਾਂ ਨੂੰ ਨਾਸ਼ ਕਰ ਦਿੰਦੀ ਹੈ। ਹੌਲੀ ਹੌਲੀ ਗੁਣ ਉਹਦੇ ਹਨ ਉਹ ਨਾਸ਼ ਹੋ ਜਾਂਦੇ ਹਨ। ਤੇ ਵਿਅਕਤੀ ਨੂੰ ਇਸ ਭੈੜੇ ਕਰਮ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ। ਤੇ ਨਿੰਦਾ ਦੀ ਜਿਹੜੀ ਗੱਲਬਾਤ ਹੈ ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਵੀ ਨਿੰਦਾ ਤੋਂ ਹਮੇਸ਼ਾ ਹੀ ਬਚ ਕੇ ਰਹਿਣਾ ਚਾਹੀਦਾ ਹੈ। ਅਗਲਾ ਸ਼ਬਦ ਹੈ ਨਿਸ਼ਾਨ। ਜਦੋਂ ਮੁਗਲਾਂ ਦਾ ਜ਼ਮਾਨਾ ਸੀ
ਤੇ ਸ਼ਾਹੀ ਜਿਹੜੇ ਫਰਮਾਨ ਵਾਂਗ ਇਹ ਬੜੀ ਪਿਆਰੀ ਚੀਜ਼ ਹੈ ਵੀ ਸ਼ਾਹੀ ਹੁਕਮ ਹੁੰਦੇ ਸਨ। ਉਹਨਾਂ ਦੇ ਕਿਸੇ ਵੱਡੇ ਅਧਿਕਾਰੀ ਵੱਲੋਂ ਜਿਹੜਾ ਲਿਖਿਆ ਹੋਇਆ ਰੁੱਕਾ ਸੀ ਉਹਨੂੰ ਨਿਸ਼ਾਨ ਕਹਿੰਦੇ ਸੀ। ਨਿਸ਼ਾਨ ਦਾ ਅਰਥ ਵੈਸੇ ਰਾਹਦਾਰੀ ਵੀ ਹੁੰਦਾ ਹੈ, ਤੇ ਨਿਸ਼ਾਨ ਦਾ ਅਰਥ ਇਹ ਇੱਥੇ ਜਿਹੜਾ ਨਿਸ਼ਾਨ ਦਾ ਅਰਥ ਆਇਆ ਬੜਾ ਕਮਾਲ ਦਾ ਹੈ ਵੀ ਮੁਗਲ ਹਕੂਮਤ ਵਿੱਚ ਸ਼ਾਹੀ ਫਰਮਾਨਾਂ ਵਾਂਗ ਕਿਸੇ ਆਲਾ ਅਧਿਕਾਰੀ ਵੱਲੋਂ ਲਿਖਿਆ ਹੁਕਾ ਜਿਹੜਾ ਹੈ ਉਹਨੂੰ ਨਿਸ਼ਾਨ ਕਹਾਉਂਦਾ ਸੀ। ਉਹ ਜਿੱਦਾਂ ਅੱਜ ਕੱਲ ਵੀ ਅਸੀਂ ਇਹ ਕਹਿ ਲਈਏ ਕਿ ਮੰਤਰੀ ਦਾ ਕਿਸੇ ਮੰਤਰੀ ਦਾ ਤੇ ਮੰਤਰੀ ਦਾ ਅੱਗੋਂ ਜਿਹੜਾ ਚਮਚਾ ਹੁੰਦਾ ਉਹ ਲਿਖ ਕੇ ਦੇ ਦੇਵੇ ਤੇ ਉਹ ਚਿੱਠੀ ਦਾ ਕੰਮ ਜਿਹੜਾ ਉਹਦਾ ਬਣ ਜਾਵੇ, ਉਹਨੂੰ ਕੰਮ ਹੋ ਜਾਂਦਾ ਹੈ, ਉਹਨੂੰ ਮੰਨਿਆ ਜਾਂਦਾ ਹੈ ਵੀ ਮੰਤਰੀ ਦੇ ਪੀਏ ਦਾ ਲਿਖਿਆ ਹੋਇਆ ਜਾਂ ਕਿਸੇ ਦਾ ਲਿਖਿਆ ਹੋਇਆ, ਤੇ ਉਹਨੂੰ ਦਿਖਾ ਕੇ ਕੰਮ ਜਿਹੜਾ ਨਜਿੱਠ ਲਿਆ ਜਾਂਦਾ ਸੀ, ਕੰਮ ਪੂਰਾ ਕਰ ਲਿਆ ਜਾਂਦਾ ਸੀ। ਉਸ ਦੇ ਕਾਰਨ ਇਹ ਕਹਿ ਲਓ ਵੀ ਕੰਮ ਬੜਾ ਸੌਖੇ ਹੋ ਜਾਂਦਾ ਸੀ। ਇਹ ਇੱਕ ਸਿਫਾਰਸ਼ੀ ਚਿੱਠੀ ਕਹਿ ਸਕਦੇ ਆ ਜਿਹੜਾ ਨਿਸ਼ਾਨ ਲਫ਼ਜ਼ ਹੈ। ਗੁਰੂ ਸਾਹਿਬ ਜੀ ਦੀ ਨਾਮ ਜਾਂ ਬਾਣੀ ਨੂੰ ਨੇ ਗੁਰੂ ਜੀ ਨੇ ਬਾਣੀ ਨੂੰ ਨਿਸ਼ਾਨ ਮੰਨਿਆ ਹੈ, ਜਿਹੜੀ ਗੁਰਬਾਣੀ ਹੈ ਜੋ ਸਾਡੇ ਨਾਲ ਜਾਂਦੀ ਹੈ ਔਰ ਸਾਡੀ ਸਹਾਈ ਹੁੰਦੀ ਹੈ। ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਸਾਡੀ ਰਾਹਦਾਰੀ ਹੈ। ਜਦੋਂ ਸਾਡੇ ਕਰਮਾਂ ਦਾ ਲੇਖਾ ਹੁੰਦਾ ਹੈ, ਭਾਵ ਜੀਵਨ ਦੇ ਵਿੱਚ ਜਦੋਂ ਅਸੀਂ ਗੁਰਮਤਿ ਦੀ ਬੜੀ ਫਿਲਾਸਫੀ ਹੈ ਵੀ ਜੀਵਨ ਜਿਉਂਦਿਆਂ ਤੇ ਜੀਵਨ ਤੋਂ ਬਾਅਦ ਜੋ ਕਰਮ ਅਸੀਂ ਕਰਦੇ ਹਾਂ ਉਸ ਮੁਤਾਬਕ ਸਾਨੂੰ ਪਰਮ ਪਿਤਾ ਪਰਮੇਸ਼ਰ ਜਿਹੜਾ ਹੈ ਉਹਦਾ ਫਲ ਦਿੰਦਾ ਹੈ, ਜਾਂ ਉਹ ਜਨਮ ਮਰਨ ਵਿੱਚ ਪਾ ਦਿੰਦਾ ਹੈ ਜਾਂ ਜਨਮ ਤੋਂ ਰਹਿਤ ਕਰ ਦਿੰਦਾ ਹੈ। ਉਹਦੀ ਪਰਮੇਸ਼ਰ ਦੀ ਵਡਿਆਈ ਹੈ। ਜੇ ਸਾਡੇ ਕੋਲ ਗੁਰਬਾਣੀ ਰੂਪੀ ਨਿਸ਼ਾਨ ਜਾਂ ਰਾਹਦਾਰੀ ਹੋਵੇਗੀ, ਜੇ ਸਾਡੇ ਕੋਲ ਗੁਰਬਾਣੀ ਰੂਪੀ ਇਹ ਰੁੱਕਾ ਹੋਵੇਗਾ, ਜੇ ਸਾਡੇ ਕੋਲ ਸ਼ਬਦ ਰੂਪੀ ਸਾਡੇ ਕੋਲ ਉਹ ਨਿਸ਼ਾਨ ਜਾਂ ਰਾਹਦਾਰੀ ਹੋਵੇਗੀ, ਤਾਂ ਅਸੀਂ ਇਹ ਪਰਮ ਜੋਤ ਜੋ ਪ੍ਰਮਾਤਮਾ ਦੀ ਹੈ ਉਹਦੇ ਵਿੱਚ ਲੀਨ ਹੋ ਜਾਏਗੀ। ਨਹੀਂ ਤਾਂ ਜੋ ਹੈ ਉਹ ਸਾਨੂੰ ਪਤਾ ਹੈ। ਤੋ ਤਪ ਕਾਗਦ ਤੇਰਾ ਨਾਮ ਨਿਸ਼ਾਨ, ਤੇਰਾ ਪ੍ਰਮਾਤਮਾ ਮਲਾਰ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਵੀ ਤੇਰਾ ਨਾਮ ਜਿਹੜਾ ਹੈ ਉਹ ਰਾਹਦਾਰੀ ਹੈ ਤੇ ਬੰਦਗੀ ਜਿਹੜੀ ਹੈ ਉਹ ਕਾਗਜ਼ ਹੈ। ਜਿਸ ਕਾਗਜ਼ ਦੇ ਉੱਤੇ, ਬੰਦਗੀ ਦੇ ਕਾਗਜ਼ ਦੇ ਉੱਤੇ ਬਾਣੀ ਤੇਰੇ ਨਾਮ ਦੀ ਯਾਦ, ਤੇਰਾ ਪਿਆਰ ਲਿਖ ਦਿੱਤਾ ਜਾਵੇ, ਤੇਰੀ ਯਾਦ ਲਿਖ ਦਿੱਤੀ ਜਾਵੇ, ਉਹ ਰਾਹਦਾਰੀ ਬਣ ਜਾਂਦੀ ਹੈ। ਪਰਮ ਪਿਤਾ ਪਰਮੇਸ਼ਰ ਦੇ ਘਰ ਉਹ ਪ੍ਰਵਾਨ ਹੋ ਜਾਂਦੀ ਹੈ। ਤੇ ਜਦੋਂ ਇੱਕ ਮੈਂ ਹੋਰ ਇੱਥੇ ਜ਼ਿਕਰ ਕਰਨਾ ਚਾਹੁੰਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਲਿਖਵਾਈ, ਜਿਹਨੂੰ ਆਦਿ ਬੀੜ ਅਸੀਂ ਆਖਦੇ ਹਾਂ, ਤਾਂ ਉਹਦੇ ਵਿੱਚ ਜਪ ਦੇ ਜੋ ਤਤਕਰਾ ਲਿਖਿਆ ਤਾਂ ਜਪ ਬਾਣੀ ਨੂੰ ਜਪ ਨਿਸ਼ਾਨ ਕਰਕੇ ਵੀ ਦਰਜ ਕੀਤਾ ਗਿਆ ਹੈ। ਪੁਰਾਤਨ ਬੀੜਾ ਅਸੀਂ ਦੇਖਾਂਗੇ ਤਾਂ ਉੱਥੇ ਜਪ ਨਿਸ਼ਾਨ ਲਿਖਿਆ ਹੈ। ਉਹਦਾ ਭਾਵ ਕੀ ਹੈ? ਥੋੜਾ ਜਿਹਾ ਅਸੀਂ ਇਹ ਸਮਝ ਲਈਏ ਵੀ ਜਪ ਬਾਣੀ ਇੱਕ ਤਰ੍ਹਾਂ ਦਾ ਸ਼ਾਹੀ ਰੁਕਾ ਹੈ। ਜਿਹੜਾ ਨਿਸ਼ਾਨ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨੂੰ ਆਰੰਭ ਵਿੱਚ ਵੀ ਦਰਜ ਕੀਤਾ। ਜੀਵਨ ਦੇ ਕੰਮ ਸਵਾਰਨ ਵਾਲਾ, ਜਾਂ ਇਹ ਕਹਿ ਲਈ ਵੀ ਇੱਕ ਐਸੀ ਕਿਸਮ ਦੀ ਨਿਸ਼ਾਨੀ ਹੈ ਜਿਹਨੂੰ ਦੇਖਣ ਪੜ੍ਹ ਕੇ ਜਿਸ ਜਪ ਨੂੰ ਸਮਝ ਕੇ, ਜਿਸ ਜਪ ਤੇ ਅਮਲ ਕਰਕੇ, ਜਿਸ ਜਪ ਨੂੰ ਜਪ ਕੇ ਅਧਿਆਤਮਿਕ ਕਾਰਜ ਦੀ ਸਫਲਤਾ ਦਾ ਭਰੋਸਾ ਬਣ ਜਾਂਦਾ ਹੈ। ਇਸ ਕਰਕੇ ਉਹਨੂੰ ਨਿਸ਼ਾਨ ਲਿਖਿਆ ਵੀ ਇੱਕ ਐਸੀ ਬਾਣੀ, ਐਸੀ ਰਚਨਾ, ਸ਼ਾਹ ਰਚਨਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ। ਜੀਵਨ ਦੇ ਹਰ ਤੱਤ ਸਾਰ ਨੂੰ ਜਪ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਜਪ ਜੀਵਨ ਦਾ ਸਾਰਾ ਹਿੱਸਾ, ਸਭ ਤੱਤ ਸਾਰ ਹੈ ਜੋ ਦਰਜ ਕੀਤਾ ਗਿਆ ਹੈ। ਤਾਂ ਉਸ ਜਪ ਨਿਸ਼ਾਨ ਦਾ ਮਤਲਬ ਇਹ ਹੈ ਵੀ ਬਾਣੀ ਨੂੰ ਪਿਆਰ ਨਾਲ ਇਹ ਸਮਝ ਕੇ, ਇਹ ਬਾਣੀ ਨੂੰ ਵਿਚਾਰ ਕੇ, ਬਾਣੀ ਨੂੰ ਪੜ੍ਹਨ ਦੇ ਨਾਲ ਇਹ ਸਾਡੀ ਰਾਹਦਾਰੀ ਬਣ ਜਾਂਦੀ ਹੈ। ਅਧਿਆਤਮਿਕ ਖੇਤਰ ਦੇ ਵਿੱਚ ਸਾਨੂੰ ਸਫਲਤਾ ਮਿਲਦੀ ਹੈ, ਸਾਡਾ ਭਰੋਸਾ, ਸਾਡਾ ਵਿਸ਼ਵਾਸ ਬਣ ਜਾਂਦਾ ਹੈ ਤੇ ਸਾਡਾ ਇਹ ਅਧਿਆਤਮਿਕ ਖੇਤਰ ਦੇ ਵਿੱਚ ਤਰੱਕੀ ਜਿਹੜੀ ਹੈ ਹੋ ਜਾਂਦੀ ਹੈ। ਜੋਤ ਪਰਮ ਜੋਤ ਵਿੱਚ ਮਿਲਣ ਵਿੱਚ ਸਹਾਈ ਹੁੰਦੀ ਹੈ। ਤਾਂ ਇਹ ਜਪ ਨਿਸ਼ਾਨ ਤਤਕਰੇ ਦੇ ਵਿੱਚ ਲਿਖਿਆ ਸਾਨੂੰ ਮਿਲਦਾ ਹੈ। ਇਹ ਨਿਸ਼ਾਨ ਦਾ ਅਰਥ ਰਾਹਦਾਰੀ ਹੈ ਜਾਂ ਰੁਕਾ ਹੈ ਜਾਂ ਸਿਫਾਰਿਸ਼ ਦੀ ਚਿੱਠੀ ਹੈ। ਜਾਂ ਦੂਜੇ ਲਫ਼ਜ਼ਾਂ 'ਚ ਇਹ ਅਸੀਂ ਗੱਲ ਕਰ ਲਈਏ ਵੀ ਇਹ ਜਪ ਤੇ ਨਿਸ਼ਾਨ ਦਾ ਅਰਥ ਹੈ। ਇੱਕ ਲਫ਼ਜ਼ ਹੋਰ ਕਹਿ ਕੇ ਸਮਾਪਤੀ ਕਰਾਂਗਾ, ਉਹ ਸ਼ਬਦ ਹੈ ਨੰਦ। ਕ੍ਰਿਸ਼ਨ ਜੀ ਤੇ ਜਿਹਦੇ ਪਾਲਕ ਪਿਤਾ ਜਿਨ੍ਹਾਂ ਨੇ ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਨੰਦ ਕਿਹਾ ਜਾਂਦਾ ਹੈ। ਇਹ ਗੋਕਲ ਦਾ ਵਸਨੀਕ ਸੀ ਤੇ ਗਊਆਂ ਚਾਰਨ ਵਾਲਾ ਸੀ, ਗੋਇਲਾ ਸੀ। ਇਹਦੀ ਘਰਵਾਲੀ ਦਾ ਨਾਂ ਯਸ਼ੋਦਾ ਸੀ, ਆਪਾਂ ਸਾਰੇ ਜਾਣਦੇ ਹਾਂ ਅਸੀਂ।
ਕਿਸ਼ਨ ਜੀ ਨੂੰ ਇਹਨੇ ਬੜੇ ਲਾਡ ਲੜਾ ਕੇ ਪਾਲਿਆ, ਕਿਉਂਕਿ ਕ੍ਰਿਸ਼ਨ ਨੂੰ ਜਨਮ ਦੇਣ ਵਾਲਾ ਜਿਹੜੇ ਇਹਦੇ ਮਾਪੇ ਸਨ ਵਾਸੁਦੇਵ ਤੇ ਦੇਵਕੀ, ਲੇਕਿਨ ਕੰਸ ਤੋਂ ਬਚਾਉਣ ਦੇ ਲਈ ਉਹਨਾਂ ਨੇ ਇਹਨਾਂ ਨੂੰ ਨੰਦ ਦੇ ਘਰ ਭੇਜ ਦਿੱਤਾ ਸੀ। ਤਾਂ ਕਬੀਰ ਜੀ ਨੇ ਅਵਤਾਰਵਾਦ ਦਾ ਖੰਡਨ ਕਰਦਿਆਂ ਇਹ ਇੱਕ ਗੌੜੀ ਰਾਗ ਵਿੱਚ ਸ਼ਬਦ ਕੀਤਾ, ਤੁਮ ਜੋ ਕਹਿ ਤੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਕੋ ਰੇ, ਧਰਨ ਆਕਾਸ਼ ਦਸੋ ਦਿਸ਼ ਨਾਹੀ, ਤਾਬੇ ਨੰਦ ਕਹਾਂ ਥੋਰੇ। ਕਹਿੰਦੇ ਜਦੋਂ ਬਣਿਆ ਹੀ ਕੱਖ ਨਹੀਂ ਸੀ, ਨਾ ਧਰਤੀ ਬਣੀ ਨਾ ਆਕਾਸ਼ ਬਣਿਆ, ਜਿਸ ਨੰਦ ਦੀ ਤੁਸੀਂ ਹੁਣ ਗੱਲ ਕਰਦੇ ਹੋ ਉਹ ਕਿੱਥੇ ਸੀ ਉਸ ਵੇਲੇ? ਇਹਦਾ ਮਤਲਬ ਪ੍ਰਪਾਦਨਾ ਕਰਨ ਵਾਲਾ ਕੇਵਲ ਪ੍ਰਮਾਤਮਾ ਆਪ ਹੈ। ਕੋਈ ਵਿਅਕਤੀ, ਕੋਈ ਸਰੀਰਕ ਜਾਂ ਦੂਜਾ ਉਹਦਾ ਬਣਾਇਆ ਹੋਇਆ ਪ੍ਰਮਾਤਮਾ ਦਾ ਬਣਾਈ ਹੋਈ ਹਸਤੀ ਉਹਦੀ ਬਰਾਬਰੀ ਨਹੀਂ ਕਰ ਸਕਦੀ। ਤੁਮ ਜੋ ਕਹਿ ਹਮ ਹੋ ਨੰਦ ਕੋ ਨੰਦਨ, ਤੁਮ ਜੋ ਕਹਿ ਜੋ ਤੁਸੀਂ ਕਹਿੰਦੇ ਹੋ, ਤੇ ਨੰਦ ਸੋ ਨੰਦਨ ਕਾਕੋ ਰੇ, ਦੱਸੋ ਉਹਦਾ ਪਾਲਕ ਕੌਣ ਸੀ? ਉਹਨੂੰ ਕਿਹਨੇ ਪਾਲਿਆ ਸੀ? ਜੇ ਤੁਸੀਂ ਕਹਿੰਦੇ ਹੋ ਕਿਸੇ ਜੀ ਨੂੰ ਪਾਲਿਆ, ਤੇ ਉਹਦਾ ਪਾਲਕ ਕੌਣ ਸੀ? ਇੱਕ ਬੜੀ ਚੋਟ ਮਾਰੀ ਭਗਤ ਕਬੀਰ ਜੀ ਨੇ, ਕਹਿਣ ਲੱਗੇ ਤਨੇ ਹੀ ਭਲਿਓ, ਤਰਨ ਆਕਾਸ਼ ਦਸੋ ਦਿਸ਼ ਨਾਹੀ। ਜਦੋਂ ਕੁਝ ਵੀ ਨਹੀਂ ਸੀ ਬਣਿਆ, ਧਰਤੀ ਨਹੀਂ ਬਣੀ, ਆਕਾਸ਼ ਨਹੀਂ ਬਣਿਆ, 10 ਦਿਸ਼ਾਵਾਂ ਨਹੀਂ ਬਣੀਆਂ, ਕੁਝ ਵੀ ਨਹੀਂ ਸੀ ਬਣਿਆ, ਤਾਬੇ ਨੰਦ ਕਹਾਂ ਹੋ ਰਿਹਾ। ਉਦੋਂ ਵੀ ਸੀ, ਉਦੋਂ ਇਹ ਨੰਦ ਕਿੱਥੇ ਚਲਾ ਗਿਆ ਸੀ, ਕਿੱਥੇ ਹੈ ਸੀ? ਤਾਂ ਇਹ ਪਰਮ ਪਿਤਾ ਪਰਮੇਸ਼ਰ ਦੀ ਸਰਵ ਵਿਆਪਕ ਦਾ ਜ਼ਿਕਰ ਜਿਹੜਾ ਹੈ ਉਹ ਭਗਤ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ ਕੀਤਾ ਹੈ। ਅੱਜ ਦੀ ਵਿਚਾਰ ਨੂੰ ਆਪਾਂ ਇੱਥੇ ਸੰਕੋਚਦੇ ਹਾਂ, ਇੱਥੇ ਇਹਦੀ ਸਮਾਪਤੀ ਕਰਦੇ ਹਾਂ। ਅੱਗੇ ਪੱਪੇ ਤੋਂ ਅੱਖਰ ਜਿਹੜੇ ਸ਼ੁਰੂ ਹੁੰਦੇ ਨੇ, ਜਿਹੜੀ ਸੰਕੇਤ ਕੋਸ਼ ਦੇ ਵਿੱਚ, ਉਹ ਅਸੀਂ ਉਹਨਾਂ ਦੀ ਵਿਚਾਰ ਅਸੀਂ ਅਗਲੇ ਇਹ ਤੋਂ ਸ਼ੁਰੂ ਕਰਾਂਗੇ। ਇਹ 102 ਸ਼ਬਦ ਹੋਰ ਹਨ, ਪਹਿਰੇ ਹਨ ਪੱਪੇ ਤੋਂ ਅੱਗੇ ਜਾ ਕੇ, ਜਾਂ ਉਹਨਾਂ ਦੇ ਹੋਰ ਸ਼ਬਦ ਹਨ, ਉਹਨਾਂ ਦੀ ਵਿਚਾਰ ਅਸੀਂ ਅਗਲੇ ਹਫ਼ਤੇ ਜਦੋਂ ਵਿਚਾਰ ਹੋਏਗੀ ਉਹ ਆਪਾਂ ਪੱਪੇ ਦੇ ਅੱਖਰਾਂ ਤੋਂ ਵਿਚਾਰ ਸ਼ੁਰੂ ਕਰਾਂਗੇ। ਤਾਂ ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ ਜੀ, ਪਿਆਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।